ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਵਿਸ਼ਾ ਦਾਸ ਨੇ ਅੱਜ ਨਿਭਾਉਣਾ ਹੈ, ਸੱਚ ਜਾਣਿਓ ਬੜਾ ਹੀ ਚਿੰਤਾ ਦਾ ਵਿਸ਼ਾ ਹੈ। ਅਤੇ ਪਹਿਲੀ ਵਾਰ ਜਦੋਂ ਇਸ ਵਿਸ਼ੇ ਵੱਲ ਧਿਆਨ ਗਿਆ, ਸੋਚਣ ਦਾ ਯਤਨ ਕੀਤਾ, ਤਾਂ ਇੰਜ ਲਗਾ ਕਿ ਹਰ ਪਾਸਿਓਂ ਇਹ ਪੰਥ ਚੁਣੌਤੀਆਂ ਦੇ ਨਾਲ ਘੇਰਿਆ ਹੋਇਆ ਹੈ। ਅਤੇ ਕਿਸੇ ਵਿਦਵਾਨ ਦਾ ਇਹ ਕਥਨ ਬਾਰ-ਬਾਰ ਮੁੜ-ਮੁੜ ਚੇਤੇ ਵਿੱਚ ਆ ਰਿਹਾ ਸੀ, ਕੌਮ ਕੀ ਫਿਕਰ ਕਰ ਨਾਦਾਨ, मुसीबत आने वाली है, तेरी बर्बादियों के चर्चे हैं आसमानों में। ਅਤੇ ਫਿਰ ਇਹ ਉਸ ਕੌਮ ਵਾਸਤੇ ਜਿਸ ਕੌਮ ਦੇ ਰਹਿਬਰ ਨੇ ਸੰਸਾਰ ਨੂੰ ਉਸ ਵੇਲੇ ਰਾਹ ਦੱਸੀ, ਜਿਸ ਕੌਮ ਦੇ ਗੁਰੂ ਪਾਤਸ਼ਾਹਾਂ ਨੇ ਸੰਸਾਰ ਦੇ ਵਿੱਚੋਂ ਮਨੁੱਖਤਾ ਦੀ ਬੇੜੀ ਨੂੰ ਉਸ ਵੇਲੇ ਮਹੀਂਧਾਰ ਚੋਂ ਕੱਢਿਆ, ਜਦੋਂ ਹਰ ਪਾਸਿਓਂ ਮਨੁੱਖਤਾ ਜੋ ਸੀ ਉਹ ਕੁਚਲੀ ਜਾ ਰਹੀ ਸੀ। ਅਤੇ ਫਿਰ ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਇਤਿਹਾਸ ਵੱਲ ਝਾਤ ਮਾਰਦੇ ਹਾਂ, ਉਹ ਕੌਮ ਜਿਸ ਦੇ ਰਹਿਬਰ ਨੂੰ ਸਮੇਂ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ ਜਿੰਨੇ ਵੀ ਆਗੂ ਲੋਕੀ ਸਨ, ਜੋ ਫਿਰਕੇ ਸਨ, ਸਾਰਿਆਂ ਨੇ ਕੁਚਲਣ ਦਾ ਯਤਨ ਕੀਤਾ ਕਿ ਇਹਨਾਂ ਦੀ ਹੋਂਦ ਨੂੰ ਹੀ ਮਿਟਾ ਦਿੱਤਾ ਜਾਵੇ। ਭਾਵੇਂ ਉਹਦੇ ਵਿੱਚ ਧਾਰਮਿਕ ਤੌਰ ਦੇ ਉੱਤੇ ਵਿਚਾਰ ਚਰਚਾ ਨਾਲ ਮਿਟਾਉਣ ਦਾ ਯਤਨ ਸੀ, ਕਿ ਫਿਰ ਕਿਵੇਂ ਸਮੇਂ ਦੇ ਸ੍ਰੇਸ਼ਟ ਧਾਰਮਿਕ ਪੁਰਸ਼ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਵੱਡੀ ਚੁਣੌਤੀ ਬਣ ਕੇ ਖੜੇ ਹੋ ਗਏ ਕਿ ਕਿਸੇ ਤਰ੍ਹਾਂ ਇਹ ਸਾਡੇ ਮਤ ਵਿੱਚ ਆ ਜਾਣ, ਆਪਣਾ ਮਤ ਛੱਡ ਦੇਣ। ਕਹਿਣ ਤੋਂ ਭਾਵ ਕਿ ਗੋਸ਼ਟ ਦੇ ਅੰਦਰ, ਚਰਚਾ ਦੇ ਅੰਦਰ ਹਾਰ ਮੰਨ ਲੈਣ। ਧੰਨ ਗੁਰੂ ਨਾਨਕ ਪਾਤਸ਼ਾਹ ਛੋਟੀ ਉਮਰ ਦੇ ਹੁੰਦਿਆਂ ਵੀ ਉਹਨਾਂ ਸਿੱਧਾਂ ਨੂੰ ਸੱਚ ਧਰਮ ਦਾ ਮਾਰਗ ਦੱਸਣ ਵਿੱਚ ਕਾਮਯਾਬ ਹੋ ਰਹੇ ਨੇ। ਅਤੇ ਫਿਰ ਸਾਰਾ ਵਾਹ ਲਾ ਕੇ, ਸਾਰੀਆਂ ਸ਼ਕਤੀਆਂ ਲਾ ਕੇ, ਸਾਰੇ ਹੀਲੇ ਵਰਤ ਕੇ, ਕਰਾਮਾਤਾਂ ਦੱਸ ਕੇ ਆਖਰ ਉਹ ਸਿੱਧ ਇਹ ਆਖਣ ਲਈ ਮਜਬੂਰ ਹੋ ਗਏ, ਸਿੱਧ ਬੋਲਣ ਸ਼ੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਦੁਨੀਆ ਦੇ ਸ੍ਰੇਸ਼ਟ ਧਾਰਮਿਕ ਪੁਰਸ਼ ਉਸ ਵੇਲੇ ਦੇ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਤੇਰੇ ਵਰਗੀ ਕਮਾਈ ਕਿਸੇ ਦੀ ਨਹੀਂ। ਭਾਈ ਗੁਰਦਾਸ ਜੀ ਨੇ ਤੇ ਕਮਾਲ ਕਰ ਦਿੱਤੀ ਜਦੋਂ ਉਹਨਾਂ ਨੇ ਦੱਸਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜਿਸ ਪਾਸੇ ਵੀ ਜਾ ਰਹੇ ਨੇ, ਹਰ ਕੋਈ ਵਿਅਕਤੀ ਉਹਨਾਂ ਦੇ ਸਾਹਮਣੇ ਝੁਕ ਰਿਹਾ, ਉਹਨਾਂ ਨੂੰ ਆਪਣਾ ਰਹਿਬਰ ਮੰਨ ਰਿਹਾ। ਗੜ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਸਭੇ ਨਿਵਾਇਆ, ਤਰੀ ਨਿਸ਼ਾਨੀ ਕੌਸਦੀ ਮੱਕੇ ਅੰਦਰ ਪੂਜ ਕਰਾਈ। ਉਸ ਸਮੇਂ ਦੇ ਧਾਰਮਿਕ ਕਟੜਪੰਥੀ ਉਹ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਟਹਿ ਪੈਣੇ ਤੇ ਚੱਲਣ ਵੇਲੇ ਖੜਾਵਾਂ ਨਿਸ਼ਾਨੀ ਦੇ ਤੌਰ ਦੇ ਉੱਤੇ ਮੰਗਦੇ ਨੇ। ਤੇ ਅਸੀਂ ਬਾਣੀ ਦੇ ਅੰਦਰ ਪੜ੍ਹਦੇ ਵੀ ਹਾਂ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਨ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਅਤੇ ਫਿਰ ਜੋਤ ਹੋਆ ਜੁਗਤ ਹੋਏ ਸਹਿ ਕਾਇਆ ਫੇਰ ਪਲਟੀ ਹੈ। ਉਹੀ ਉਹ ਜੋਤ, ਉਹੀ ਉਹ ਜੁਗਤ 10 ਜਾਮਿਆਂ ਦੇ ਅੰਦਰ ਵਿਚਰਦੀ ਹੈ, ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਦੀ ਹੈ, ਸ਼ਬਦ ਗੁਰੂ ਨੂੰ ਗੁਰਤਾ ਦਿੰਦੀ ਹੈ। ਤੇ ਸੰਸਾਰ ਦੇ ਲੋਕੀ ਇਸ ਧਰਮ ਨੂੰ ਉੱਚਾ ਤੇ ਸੁੱਚਾ ਕਰਕੇ ਮੰਨਦੇ ਨੇ। ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ, ਸਿੱਖ ਧਰਮ ਦੀਆਂ ਧੁੰਮਾਂ ਪਈਆਂ ਸਾਰੇ ਜਗ ਦੇ ਅੰਦਰ, ਇਹ ਉੱਚਾ ਤੇ ਸੁੱਚਾ ਲੋਕੋ ਜਾਣਨ ਪੀਰ ਪੈਗੰਬਰ, ਪਰ ਇਸ ਨੂੰ ਹੈ ਢਾਲ ਲਾਈ ਆਪਣੇ ਸਿੱਖ ਸਰਦਾਰਾਂ, ਜੋ ਵਿਕਦੇ ਨੇ ਸ਼ੋਹਰਤ ਖਾਤਰ ਸ਼ਰੇਆਮ ਵਿੱਚ ਵਜਾਰਾਂ। ਸਾਰੇ ਮਿਲ ਕੇ ਡੋਬ ਰਹੇ ਨੇ ਸਿੱਖੀ ਦਾ ਬੇੜਾ ਲੋਕੋ, ਪੰਥ ਦਰਦੀਓ ਇਕੱਠੇ ਹੋ ਕੇ ਰੋਕ ਸਕੋ ਤਾਂ ਰੋਕੋ। ਉਹ ਮਹਾਨ ਪੰਥ ਜਿਸ ਨੂੰ ਸਮੇਂ ਦੇ ਹਾਕਮਾਂ ਨੇ ਆਪਣਾ ਸਿਰ ਝੁਕਾ ਦਿੱਤਾ, ਜਿਸ ਨੂੰ ਸਮੇਂ ਦੇ ਧਾਰਮਿਕ ਸ੍ਰੇਸ਼ਟ ਪੁਰਸ਼ਾਂ ਨੇ ਆਪਣਾ ਸਿਰ ਝੁਕਾ ਦਿੱਤਾ। ਅਤੇ ਫਿਰ ਜਿਹਦੇ ਵਾਸਤੇ ਜਦੋਂ ਅਸੀਂ ਸੰਸਾਰ ਦੇ ਵਿਦਵਾਨਾਂ ਨੂੰ ਪੜ੍ਹਦੇ ਹਾਂ ਤਾਂ ਸਾਰੇ ਇੱਕਮਤ ਹੋ ਕੇ ਇਹ ਗੱਲ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦਾ ਜੇ ਕਿਤੇ ਕੋਈ ਧਰਮ ਹੈ ਤੇ ਉਹ ਕੇਵਲ ਸਿੱਖ ਧਰਮ ਹੈ। ਜਦੋਂ ਅਸੀਂ H.L. ਬਰਾਡਸ਼ਾਹ ਨੂੰ ਪੜ੍ਹਦੇ ਹਾਂ, ਉਹਦੇ ਮੁਤਾਬਕ ਇਹ ਧਰਮ ਸਾਇੰਸ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ। ਇਸ ਲਈ ਭਵਿੱਖ ਦੇ ਮਨੁੱਖ ਦੀ ਲਈ ਸਿੱਖ ਧਰਮ ਹੀ ਆਖਰੀ ਆਸ ਹੋਵੇਗਾ। ਫਿਰ
ਲੇਡੀ ਦ੍ਰੋਪਦੀ ਫੀਲਡ ਉਹ ਕਹਿੰਦੀ ਹੈ ਪੱਛਮ ਵਿੱਚ ਰਹਿੰਦੇ ਅਮਲੀ ਜੀਵਨ ਵਾਲੇ ਲੋਕਾਂ ਨੂੰ ਸਿੱਖ ਧਰਮ ਦੀ ਭਰਪੂਰ ਸ਼ਲਾਘਾ ਕਰਨੀ ਚਾਹੀਦੀ ਹੈ। ਪੱਛਮ ਵਿੱਚ ਰਹਿਣ ਵਾਲੇ ਅਮਲੀ ਜੀਵਨ ਜਿਉਣ ਵਾਲੇ ਲੋਕਾਂ ਨੂੰ ਸਿੱਖ ਧਰਮ ਦੀ ਭਰਪੂਰ ਸ਼ਲਾਘਾ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿੱਚ ਹੋਰ ਗੱਲਾਂ ਦੇ ਨਾਲ ਨਾਲ ਅਮਲੀ ਜੀਵਨ ਤੇ ਵੀ ਬਹੁਤ ਜ਼ੋਰ ਦਿੱਤਾ ਗਿਆ ਹੈ। ਕੇਵਲ ਫਿਲਾਸਫੀ ਨਹੀਂ, ਇਹ ਧਰਮ ਪ੍ਰੈਕਟੀਕਲ ਧਰਮ ਹੈ, ਮਨੁੱਖਤਾ ਦਾ ਧਰਮ ਹੈ, ਅੰਧਕਾਰ ਚੋਂ ਕੱਢਣ ਵਾਲਾ ਧਰਮ ਹੈ। ਜਦੋਂ ਅਸੀਂ ਬਰਨਰਡ ਰਸਲ ਨੂੰ ਪੜ੍ਹਦੇ ਹਾਂ ਤੇ ਉਹ ਕਹਿੰਦਾ ਜੇ ਐਟਮ ਤੇ ਹਾਈਡਰੋਜਨ ਬੰਬਾਂ ਦੀ ਮਾਰ ਤੋਂ ਕੋਈ ਖੁਸ਼ਕਿਸਮਤ ਇਨਸਾਨ ਬਚ ਨਿਕਲੇਗਾ ਤਾਂ ਉਸ ਨੂੰ ਸੇਧ ਦੇਣ ਲਈ ਸਿਰਫ ਤੇ ਸਿਰਫ ਸਿੱਖ ਧਰਮ ਹੀ ਇੱਕ ਵਸੀਲਾ ਹੋਵੇਗਾ। ਬਰਨਰਡ ਰਸਲ ਜਿਹੜਾ ਨੋਬਲ ਪ੍ਰਾਈਜ਼ ਵਿਜੇਤਾ ਹੈ, ਉਸਨੇ ਤਾਂ ਇੱਥੇ ਤੱਕ ਵੀ ਕਹਿ ਦਿੱਤਾ, ਇਫ देयर इज अ न्यूक्लियर holocaust nothing is going to save the mankind except the Sikh philosophy of strength combined with softness। ਕਿ ਜੇ ਕਿਤੇ ਦੁਨੀਆ ਦੇ ਅੰਦਰ ਕੋਈ ਨਿਊਕਲੀਅਰ ਹੋਲੋਕਾਸਟ ਹੋਵੇਗਾ, ਕੋਈ ਤਬਾਹੀ ਹੋਵੇਗੀ, ਤਾਂ ਇਨਸਾਨੀਅਤ ਨੂੰ, ਮਨੁੱਖਤਾ ਨੂੰ ਕੇਵਲ ਤੇ ਕੇਵਲ ਭਗਤੀ ਤੇ ਸ਼ਕਤੀ ਦੇ ਸੁਮੇਲ ਦੀ, ਭਗਤੀ ਤੇ ਸ਼ਕਤੀ ਦੀ ਫਿਲਾਸਫੀ, ਸੰਤਗਿਰੀ ਅਤੇ ਸਿਪਾਹੀਗਿਰੀ ਦੀ ਫਿਲਾਸਫੀ ਦੇ ਉੱਤੇ ਯਕੀਨ ਰੱਖਣ ਵਾਲਾ ਸਿੱਖ ਧਰਮ ਹੀ ਬਚਾ ਸਕੇਗਾ। ਗੁਰੂ ਪਿਆਰ ਵਾਲਿਓ, ਇਹੋ ਜਿਹੇ ਧਰਮ ਨੂੰ ਜਦ ਅੱਜ ਦੇ ਸਮੇਂ ਦੇ ਅੰਦਰ ਦੇਖਦੇ ਹਾਂ ਤਾਂ ਫਿਰ ਇਹ ਪੂਰਨ ਤੌਰ ਦੇ ਉੱਤੇ ਚੁਣੌਤੀਆਂ ਨਾਲ ਭਰਿਆ ਹੈ। ਹੁਣ ਸਵਾਲ ਖੜਾ ਹੋਵੇਗਾ ਕਿ ਇੱਕ ਧਰਮ ਨੂੰ ਚੁਣੌਤੀਆਂ ਇੰਨੀਆਂ ਜ਼ਿਆਦਾ ਕਿਉਂ ਨੇ। ਮੈਨੂੰ ਕਿਸੇ ਵਿਦਵਾਨ ਦਾ ਬੜਾ ਸੁੰਦਰ ਕਥਨ ਚੇਤੇ ਆ ਗਿਆ, ਜਦੋਂ ਕਿਸੇ ਨੇ ਉਹਨਾਂ ਤੋਂ ਪੁੱਛਿਆ ਕਿ ਅਸੀਂ ਹਰ ਵੇਲੇ ਹਰ ਥਾਂ ਤੇ, ਇਹ ਗੱਲ ਲਗਭਗ 60 ਸਾਲ ਪਹਿਲਾਂ ਦੀ ਹੈ, ਕਿ ਹਰ ਵੇਲੇ ਹਰ ਥਾਂ ਦੇ ਉੱਤੇ ਪੰਥ ਨੂੰ ਖਤਰੇ ਦੀ ਗੱਲ ਸਟੇਜਾਂ ਤੋਂ ਕਿਉਂ ਕੀਤੀ ਜਾ ਰਹੀ ਹੈ, ਤਾਂ ਉਹ ਕਹਿਣ ਲੱਗੇ ਕਿ ਪੰਥ ਹੀਰੇ ਨੇ ਅਤੇ ਅੱਜ ਦਿਨ ਤੱਕ ਸਨ ਜੋ ਹੈ ਕਦੀ ਤੂੜੀ ਦੇ ਕੋਠਿਆਂ ਨੂੰ ਨਹੀਂ ਲੱਗੀ, ਹੀਰੇ ਦੀਆਂ ਡੱਬੀਆਂ ਨੂੰ ਲੱਗਦੀ ਹੈ। ਜਿਨ੍ਹਾਂ ਨਿੱਕੀਆਂ ਨਿੱਕੀਆਂ ਡੱਬੀਆਂ ਦੇ ਅੰਦਰ ਹੀਰੇ ਹੁੰਦੇ ਨੇ, ਹਮੇਸ਼ਾ ਉਹਨਾਂ ਦੇ ਉੱਤੇ ਪੈਂਦੇ, ਤੂੜੀ ਦੀਆਂ ਭਰੀਆਂ ਹੋਈਆਂ ਕੋਠੀਆਂ ਵਿੱਚ ਵੀ ਕਦੀ ਸਨਾਂ ਤੇ ਡਾਕੇ ਨਹੀਂ ਲੱਗਦੇ। ਇਹ ਧਰਮ ਉੱਚਾ ਤੇ ਸੁੱਚਾ ਹੋਣ ਦੇ ਕਾਰਨ ਇਸ ਦੇ ਉੱਤੇ ਹਰ ਇੱਕ ਦੀ ਨਜ਼ਰ ਹੈ। ਜਿਵੇਂ ਉਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਸਮੇਂ ਦੇ ਸਿੱਧੇ ਸੋਚ ਰਹੇ ਸਨ ਕਿ ਕਿਸੇ ਤਰ੍ਹਾਂ ਇਹ ਸਾਡੇ ਧਰਮ ਦੇ ਅੰਦਰ ਆ ਜਾਵੇ ਤੇ ਧਰਮ ਦੇ ਵਿੱਚ ਆ ਕੇ ਸਾਡੇ ਧਰਮ ਨੂੰ ਹੋਰ ਪ੍ਰਚਾਰ ਸਕੇਗਾ, ਵਾਧੂ ਤਰੀਕੇ ਦੇ ਨਾਲ ਇਸ ਨੂੰ ਸੰਸਾਰ ਵਿੱਚ ਫੈਲਾ ਸਕੇਗਾ। ਤੇ ਜੇ ਕਿਤੇ ਕੀਮਤੀ ਹੈ ਇਹ ਧਰਮ, ਇਹਦੇ ਸੁਨਹਿਰੇ ਸਿਧਾਂਤ ਨੇ, ਇਹਦਾ ਉੱਚਾ ਸੁੱਚਾ ਜੋ ਕਿਰਦਾਰ ਹੈ, ਤੇ ਫਿਰ ਕੁਦਰਤੀ ਤੌਰ ਦੇ ਉੱਤੇ ਇਸ ਦੇ ਉਨੇ ਹੀ ਜ਼ਿਆਦਾ ਦੁਸ਼ਮਣ ਹੋਣਗੇ। ਗੁਰੂ ਪਿਆਰ ਵਾਲਿਓ, ਅੱਜ ਸਿੱਖ ਧਰਮ ਨੂੰ ਜਦੋਂ ਅਸੀਂ ਦੇਖਦੇ ਹਾਂ, ਇਸ ਨੂੰ ਹਰ ਪੱਖ ਤੋਂ, ਕੋਈ ਪੱਖ ਨਹੀਂ, ਬਾਣੀ ਦੇ ਬਾਣੇ ਦੇ ਪੱਖ ਤੋਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਦੇ ਪੱਖ ਤੋਂ, ਗੁਰੂ ਗ੍ਰੰਥ ਅਤੇ ਪੰਥ ਦੇ ਸਿਧਾਂਤ ਦੇ ਪੱਖ ਤੋਂ, ਸਿੱਖ ਪਰੰਪਰਾਵਾਂ, ਮਰਿਆਦਾ, ਸਿੱਖ ਵਿਰਸਾ, ਸਿੱਖ ਇਤਿਹਾਸ, ਸਿੱਖ ਪਹਿਚਾਨ ਅਤੇ ਹਰ ਇੱਕ ਪਾਸਿਓਂ ਇਸ ਨੂੰ ਚੁਣੌਤੀਆਂ ਨੇ, ਚੁਣੌਤੀਆਂ ਦੇ ਨਾਲ ਭਰਿਆ ਪਿਆ ਹੈ। ਅਤੇ ਰੋਜ਼ ਹੀ ਨਿਤ ਨਵੇਂ ਦਿਨ ਨਵੀਆਂ ਹੀ ਚੁਣੌਤੀਆਂ ਜੋ ਸਾਡੇ ਸਾਹਮਣੇ ਆ ਰਹੀਆਂ। ਸਿੱਖ ਧਰਮ ਅੱਜ ਧਾਰਮਿਕ ਚੁਣੌਤੀਆਂ ਨਾਲ, ਰਾਜਨੀਤਿਕ, ਸਮਾਜਿਕ, ਭਾਈਚਾਰਕ, ਸੱਭਿਆਚਾਰਕ ਅਤੇ ਉਹਦੇ ਨਾਲ ਆਰਥਿਕ ਗਿਣਤੀ ਪੱਖ ਤੋਂ ਹਰ ਜੋ ਚੁਣੌਤੀ ਹੈ ਉਹਦੇ ਨਾਲ ਜੂਝ ਰਿਹਾ ਹੈ। ਗੁਰੂ ਪਿਆਰ ਵਾਲਿਓ, ਕਿਸੇ ਨੇ ਇਸ ਕੌਮ ਦੀ ਕੁਰਬਾਨੀਆਂ ਨੂੰ ਦੇਖ ਕੇ ਇੱਕ ਗੱਲ ਕਹੀ ਸੀ। ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਠੀਕ ਹੈ, ਚੁਣੌਤੀਆਂ ਦੀ ਮੈਂ ਗੱਲ ਕਰਾਂਗਾ, ਸਮਾਧਾਨ ਤੇ ਹੱਲ ਅਗਲੇ ਲੈਕਚਰ ਦੇ ਵਿੱਚ ਕੋਸ਼ਿਸ਼ ਕਰਾਂਗਾ ਕਿ ਕਿਤੇ ਇਹ ਗੱਲ ਨਹੀਂ, ਇੰਨੀਆਂ ਚੁਣੌਤੀਆਂ ਨੇ ਤੇ ਇਹ ਦੇ ਵਿੱਚੋਂ ਸਿੱਖ ਨਿਕਲ ਨਹੀਂ ਸਕਦੇ। ਸਿੱਖ ਨਿਕਲ ਸਕਦੇ ਨੇ, ਪਰ ਉਹਦੇ ਵਾਸਤੇ ਕੁਝ ਹੱਲ, ਕੁਝ ਜੋ ਉਹਦੇ ਵਿੱਚੋਂ ਬਾਹਰ ਆਉਣ ਦੇ ਵਾਸਤੇ ਸਾਡੇ ਕੋਲ ਕੁਝ ਜੋ ਪ੍ਰੋਗਰਾਮਸ ਹੋਣੇ ਚਾਹੀਦੇ ਨੇ। ਕਿਸੇ ਨੇ ਸਾਨੂੰ ਅੱਜ ਦੀਆਂ ਚੁਣੌਤੀਆਂ ਤਾਂ ਘੱਟ ਨੇ, ਉਸ ਵੇਲੇ ਦੀਆਂ ਚੁਣੌਤੀਆਂ ਜਦੋਂ ਬੱਚਿਆਂ ਨੂੰ ਪਕੜ ਕੇ ਟੋਟੇ ਟੋਟੇ ਕਰਕੇ ਨੇਜਿਆਂ ਦੇ ਉੱਤੇ ਟੰਗ ਕੇ ਪਰੋਏ ਜਾ ਰਹੇ ਸਨ, ਮਾਤਾਵਾਂ ਦੇ ਗਲਾਂ ਵਿੱਚ ਹਾਰ ਪਵਾਏ ਜਾ ਰਹੇ ਸਨ, ਜਦੋਂ ਖੰਨੀ ਖੰਨੀ ਰੋਟੀ ਦੇ ਉੱਤੇ ਗੁਜ਼ਾਰਾ ਕਰਵਾਇਆ ਜਾ ਰਿਹਾ ਸੀ, ਜਦੋਂ ਜੰਗਲਾਂ ਦੇ ਵਿੱਚ ਡੱਕ ਕੇ ਘੇਰੇ ਪਾ ਕੇ ਸਾੜ ਦਿੱਤਾ ਜਾ ਰਿਹਾ, ਜਦੋਂ ਸਿੱਖ ਕਹਾਉਣ ਦੇ ਉੱਤੇ ਜੋ ਸੀ ਇਸ ਨੂੰ ਮਾਰ ਦਿੱਤਾ ਜਾਂਦਾ ਸੀ, ਜਦੋਂ ਇਸ ਦੇ ਜੀਵਨ ਜਿਉਂਦੇ ਦੇ ਸੂ ਦੇਣ ਦਾ 20 ਰੁਪਏ, ਪਕੜਾਉਣ ਦੇ 50 ਰੁਪਏ, ਇਹਦਾ ਸਿਰ ਲਿਆਉਣ ਦੇ 80 ਰੁਪਏ ਦਿੱਤੇ ਜਾਂਦੇ ਸਨ, ਜਦੋਂ ਇਹ ਹੁਕਮਨਾਮੇ ਜਾਰੀ ਕੀਤੇ ਸਨ ਕਿ ਜਿਸ ਕੇ ਸਿਰ ਤੇ ਹੋਵੇ ਕੇਸ
रहन न देनो अपने देश, जो सिंगन को दसै ग्राम, सोपी ले है बहुत इनाम, आए सिंह बतावे नाई, ओपी अपनी जान गवाई, सिंगर खून माफ हम कीनी, जै लपै तै मारो चीनी, लूट कूट उस माफ हम करी, लिखत मारी जे जानो खरी। ਜਦੋਂ ਸਰਕਾਰੀ ਤੌਰ ਦੇ ਉੱਤੇ ਐਲਾਨ ਸਨ, ਜਿਸ ਦੇ ਸਿਰ ਦੇ ਉੱਤੇ ਕੇਸ ਨੇ ਉਸ ਦਾ ਕਤਲ ਕਰ ਦਿੱਤਾ ਜਾਵੇ, ਉਸ ਦੇ ਘਰ ਘਾਟ ਉਜਾੜ ਦਿੱਤੇ ਜਾਣ, ਉਸ ਦੇ ਬੱਚਿਆਂ ਨੂੰ ਨੇਜਿਆਂ ਦੇ ਵਿੱਚ ਪਰੋ ਲਿਆ ਜਾਵੇ, ਕੋਈ ਕੇਸ ਦਰਜ ਨਹੀਂ ਹੋਵੇਗਾ। ਉਹ ਸਮਾਂ ਜਦੋਂ ਸਾਡੇ ਦਰਬਾਰ ਸਾਹਿਬ ਦੇ ਉੱਤੇ ਪੱਕੇ ਪਹਿਰੇ ਲਾ ਦਿੱਤੇ ਗਏ ਸਨ ਕਿ ਸਿੱਖ ਇੱਥੇ ਇਸ਼ਨਾਨ ਕਰਨ ਵਾਸਤੇ ਨਹੀਂ ਆ ਸਕਦਾ, ਇੱਥੇ ਦਰਸ਼ਨ ਕਰਨ ਵਾਸਤੇ ਨਹੀਂ ਆ ਸਕਦਾ, ਉਸ ਵੇਲੇ ਵੀ ਕਿਸੇ ਵਿਦਵਾਨ ਨੇ ਇੱਕ ਗੱਲ ਕਹੀ ਸੀ ਕਿ ਭਈ ਇਸ ਕੌਮ की जिंदगी का राज मुजम्मल है, आबे तौहीद की तुली हुई किरपानों में, देख लेना सलामत निकल आएगी एक दिन, इस कौम ने परवरिश पाई है तूफानों में। कहता ये तो तूफाना विचों निकलने वाली कौम है, इसने एक दिन साबित निकल आना जे, जिन्ना मर्जी जुल्म हो जाए, जिन्नियां मर्जी चुनौतियां हो जान, जिन्ने मर्जी सुच्चे नाल ते गंगा राम पैदा हो जान, जिन्ने मर्जी जकरिए औरंगे ते मीर मन्नू पैदा हो जान, इस कौम को कोई मिटा नहीं सकता। ये उस वेले साडे वास्ते विद्वान की कहते सन, पर फर्क ये है कि उस वेले मंझधार विच पई बेड़ी दे मलाह जो सन वो पंथ परस्त सन, ते अज मंझधार विच पई हुई बेड़ी दे मलाह जो ने वो अंदर खाते इस कौम नूं मिटाउण वालियां दे नाल मिले हुए ने, ते फिर इस कौम दा हर बशर जो है शायद उतना सुचेत भी नहीं। ते गुरु प्यार वाले उन्हां चुनौतियां दी गल करिए कि किहड़ियां चुनौतियां जो ने वो सिख कौम के सामने ने। सब तो पहला असी धार्मिक पक्ष की गल करिए कि जो सानू धार्मिक खेत्र के अंदर चुनौतियां ने, गुरु प्यार वालिओ धन गुरु नानक पातशाह के घर ने सानू इतना जो सी मान दिता, सानू धार्मिक पक्ष तो इतना उच्चा चुक लिया कि सतगुरु पातशाह ने बड़े फखर के नाल ये गल कही सी, जन नानक तूड़ मंगै तिस गुरसिख की, जो आप जपै अवरै नाम जपा। ਜਿਹੜਾ ਆਪ ਨਾਮ ਜਪਦਾ ਹੈ, ਦੂਜਿਆਂ ਨੂੰ ਨਾਮ ਜਪਾਉਂਦਾ ਹੈ, ਮੈਂ ਨਾਨਕ ਉਹਨਾਂ ਗੁਰਸਿੱਖਾਂ ਦੀ ਧੂੜ ਮੰਗਦਾ ਹਾਂ। ਪਰ ਗੁਰੂ ਪਿਆਰ ਵਾਲਿਓ ਅੱਜ ਧਾਰਮਿਕ ਖੇਤਰ ਦੇ ਅੰਦਰ ਧਾਰਮਿਕ ਜੀਵਨ ਪੱਖੋਂ ਬਹੁਤ ਵੱਡੀਆਂ ਚੁਣੌਤੀਆਂ ਨੇ, ਫਿਰ ਧਾਰਮਿਕ ਅਸਥਾਨਾਂ ਪ੍ਰਤੀ ਸਾਨੂੰ ਬਹੁਤ ਵੱਡੀਆਂ ਚੁਣੌਤੀਆਂ ਨੇ, ਧਾਰਮਿਕ ਸਿਧਾਂਤਾਂ ਪ੍ਰਤੀ ਸਾਨੂੰ ਬਹੁਤ ਵੱਡੀਆਂ ਚੁਣੌਤੀਆਂ ਨੇ। ਜਦੋਂ ਅਸੀਂ ਧਾਰਮਿਕ ਤੌਰ ਦੇ ਉੱਤੇ ਧਾਰਮਿਕ ਪੱਖੋਂ ਜਦੋਂ ਧਾਰਮਿਕ ਜੀਵਨ ਵਾਲੇ ਪਾਸੇ ਦੇਖਦੇ ਹਾਂ ਤਾਂ ਪਹਿਲਾਂ ਹਰ ਗੁਰਸਿੱਖ ਬਾਣੀ ਪੜਨ ਵਾਲਾ ਸੀ, ਹਰ ਗੁਰਸਿੱਖ ਨਿਤਨੇਮੀ ਸੀ। ਸੰਧਿਆ ਤੇ ਅੰਮ੍ਰਿਤ ਵੇਲੇ ਬਜ਼ੁਰਗ ਬੱਚਿਆਂ ਨੂੰ ਗੁਰੂ ਘਰਾਂ ਵੱਲ ਭੇਜਦੇ ਸਨ, ਬੱਚਿਆਂ ਨੂੰ ਗੁਰਬਾਣੀ ਦੇ ਨਾਲ ਗੁਰਮਤਿ ਦੇ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਸੀ। ਪਰ ਉਸ ਵੇਲੇ ਹਰ ਗੁਰਸਿੱਖ ਪੰਥਕ ਸੀ, ਪੰਥ ਦੇ ਨਾਲ ਪਿਆਰ ਸੀ। ਜੇ ਕਿਤੇ ਅੱਜ ਦੇ ਹਾਲਾਤਾਂ ਨੂੰ ਦੇਖੀਏ ਤਾਂ ਅੱਜ ਬਹੁਤ ਘੱਟ ਲੋਕੀ ਜੋ ਨੇ ਉਹਨਾਂ ਦਾ ਗੁਰਬਾਣੀ ਪ੍ਰਤੀ ਪਿਆਰ ਹੈ। ਅੱਜ ਇਸ ਸਿਧਾਂਤ ਨੂੰ ਅਸੀਂ ਸ਼ਾਇਦ ਭੁੱਲਦੇ ਜਾ ਰਹੇ ਹਾਂ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਹੜਾ ਨਿੱਜੀ ਧਾਰਮਿਕ ਜੀਵਨ ਸੀ ਉਹ ਸਾਡੇ ਕੋਲ ਖੁੱਸਦਾ ਜਾ ਰਿਹਾ ਹੈ। ਅੱਜ ਦੇ ਬਚਪਨ ਨੂੰ ਦੇਖੀਏ, ਉਹ ਧਰਮ ਪ੍ਰਤੀ ਉਤਨੀ ਰੁਚੀ ਨਹੀਂ ਰੱਖਦਾ। ਅੱਜ ਦੀ ਜਵਾਨੀ ਪ੍ਰਤੀ ਦੇਖੀਏ, ਉਹ ਧਰਮ ਪ੍ਰਤੀ ਉਤਨੀ ਰੁਚੀ ਨਹੀਂ ਰੱਖਦੀ। ਅਤੇ ਫਿਰ ਜੇ ਕਿਤੇ ਪਹਿਲਾਂ ਕਿਤੇ ਲੋਕੀ ਖੇਤਾਂ ਦੇ ਅੰਦਰ ਕੰਮ ਕਰਦੇ ਸਨ, ਅੰਮ੍ਰਿਤ ਵੇਲਾ ਹੋ ਗਿਆ ਤੇ ਆਸਾ ਦੀ ਵਾਰ ਦੇ ਕੀਰਤਨ ਉੱਥੇ ਹੀ ਬੈਠ ਕੇ ਕਰ ਲੈਂਦੇ ਸਨ। 2-4 ਇਕੱਠੇ ਹੋ ਗਏ ਤੇ ਆਸਾ ਦੀ ਵਾਰ ਦਾ ਕੀਰਤਨ ਕਰ ਲਿਆ, ਨਿਤਨੇਮ ਕਰ ਲਿਆ, ਬਾਣੀ ਪੜ੍ਹੀ ਜਾਂਦੀ ਸੀ। ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਸਾਡਾ ਜੋ ਨਿੱਜੀ ਜੀਵਨ ਹੈ, ਸ਼ਖਸੀ ਜੀਵਨ, ਉਹ ਵੀ ਧਾਰਮਿਕ ਨਹੀਂ ਰਿਹਾ ਤੇ ਨਾ ਹੀ ਅਸੀਂ ਪੰਥਕ ਤੌਰ ਦੇ ਉੱਤੇ ਜੋ ਜੀਵਨ ਹੈ ਉਸ ਨੂੰ ਜੀ ਰਹੇ ਹਾਂ। ਅੱਜ ਕੱਲ ਹਰ ਨੌਜਵਾਨ ਤੇ ਬੱਚਾ ਸਿੱਖੀ ਵਾਲੇ ਪਾਸਿਓਂ ਬੇਰੁਖੀ ਦੱਸ ਰਿਹਾ ਹੈ। ਅਤੇ ਕਿਸੇ ਵਿਦਵਾਨ ਦਾ ਇਹ ਕਥਨ ਜੇ ਕਿ ਜਿਸ ਵੀ ਧਰਮ ਦੇ ਧਾਰਮਿਕ ਸਥਾਨਾਂ ਦੇ ਵਰਾਂਡਿਆਂ ਦੇ ਅੰਦਰ ਬੱਚਿਆਂ ਦੇ ਫੁੱਟਵੇਅਰਸ, ਜੁੱਤੀਆਂ, ਜੋੜੇ ਪਏ ਹੋਣ ਤਾਂ ਫਿਰ ਉਸ ਧਰਮ ਨੂੰ ਕਦੀ ਵੀ ਆਪਣੇ ਭਵਿੱਖ ਦਾ ਫਿਕਰ ਨਹੀਂ ਕਰਨਾ ਚਾਹੀਦਾ। ਇਹ ਇੱਕ ਸੰਕੇਤ ਹੈ ਕਿ ਜਿਨ੍ਹਾਂ ਧਰਮਾਂ ਦੇ ਧਾਰਮਿਕ ਸਥਾਨਾਂ ਵਿੱਚ ਬੱਚਿਆਂ ਦਾ ਆਉਣਾ ਜਾਣਾ ਹੈ, ਉਹ ਆਉਣ ਵਾਲੇ ਕੱਲ ਦੇ ਵਿੱਚ ਉਹਨਾਂ ਦੀ ਜਵਾਨੀ ਵੀ ਧਾਰਮਿਕ ਹੋਵੇਗੀ, ਫਿਰ ਉਹਨਾਂ ਦਾ ਬੁਢੇਪਾ ਵੀ ਧਾਰਮਿਕ ਹੋਵੇਗਾ। ਪਰ ਅੱਜ ਜਦੋਂ ਅਸੀਂ ਧਾਰਮਿਕ ਇਸ ਪੱਖ ਵੱਲ ਝਾਤ ਮਾਰਦੇ ਹਾਂ ਤਾਂ ਗੁਰੂ ਘਰਾਂ ਦੇ ਅੰਦਰ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ। ਉਹ ਕਾਰਨ ਨੇ
ਉਹਨਾਂ ਨੂੰ ਅਸੀਂ ਲੱਭਾਂਗੇ, ਉਹਨਾਂ ਦਾ ਹੱਲ ਕੀ ਹੋਵੇਗਾ, ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਅੱਜ ਅਸੀਂ ਦੇਖ ਰਹੇ ਹਾਂ ਕਿ ਮਾਤਾ ਪਿਤਾ ਦੀ ਦੌੜ ਧਾਰਮਿਕ ਵਿਦਿਆ ਵਾਲੇ ਪਾਸੇ ਨਹੀਂ, ਬੱਚੇ ਦਾ ਧਾਰਮਿਕ ਜੋ ਜੀਵਨ ਹੈ ਉਸ ਨੂੰ ਉੱਚਾ ਚੁੱਕਣ ਦੇ ਪੱਧਰ ਨੂੰ ਉੱਚਾ ਚੁੱਕਣ ਦਾ ਯਤਨ ਨਹੀਂ, ਲੇਕਿਨ ਦੂਜੇ ਪਾਸੇ ਦੁਨਿਆਵੀ ਵਿਦਿਆ ਵਾਲੇ ਪਾਸੇ ਦੌੜ ਪੂਰੀ ਹੈ। ਜੇਕਰ ਅਸੀਂ ਥੋੜੀ ਜਿਹੀ ਵੀ ਬੱਚਿਆਂ ਪ੍ਰਤੀ, ਧਰਮ ਪ੍ਰਤੀ ਉਹਨਾਂ ਦੇ ਵਿੱਚ ਰੁਚੀ ਪੈਦਾ ਕਰ ਦਈਏ ਤਾਂ ਸਾਡਾ ਬਚਪਨ ਜੋ ਹੈ ਉਹ ਧਾਰਮਿਕ ਹੋ ਸਕਦਾ ਹੈ, ਸਾਡੀ ਜਵਾਨੀ ਧਾਰਮਿਕ ਹੋ ਸਕਦੀ ਹੈ। ਤੇ ਜਿਸ ਬੱਚੇ ਦੇ ਅੰਦਰ ਬਚਪਨ ਦੇ ਅੰਦਰ ਸਿੱਖੀ ਪ੍ਰਤੀ ਪਿਆਰ ਭਰ ਗਿਆ, ਜਿਸ ਨੂੰ ਗੁਰਬਾਣੀ ਨਾਲ ਪਿਆਰ ਹੋ ਗਿਆ, ਜਿਸ ਦੇ ਆਪਣੇ ਜੀਵਨ ਦੇ ਅੰਦਰ ਸਿਮਰਨ ਦੀਆਂ ਬਰਕਤਾਂ ਨੂੰ ਉਸ ਨੂੰ ਪਤਾ ਲੱਗ ਗਿਆ, ਜਿਸ ਨੂੰ ਬਾਣੀ ਪੜ੍ਹਨ ਦਾ ਚਾਅ ਪੈਦਾ ਹੋ ਗਿਆ, ਜਿਸ ਦੇ ਬਚਪਨ ਦੇ ਅੰਦਰ ਹੀ ਖੰਡੇ ਦੀ ਪੌਲ ਲੈ ਕੇ ਪੰਜ ਕਕਾਰੀ ਵਰਦੀ ਪਾ ਕੇ ਉਹ ਗੁਰੂ ਕਾ ਸਿੰਘ ਹੋ ਗਿਆ, ਤਾਂ ਫਿਰ ਆਉਣ ਵਾਲੇ ਸਮੇਂ ਦੇ ਅੰਦਰ ਕੁਦਰਤੀ ਤੌਰ ਦੇ ਉੱਤੇ ਇਹ ਕੌਮ ਨੂੰ ਕੋਈ ਮਿਟਾ ਨਹੀਂ ਸਕਦਾ, ਇਹ ਚੜ੍ਹਦੀ ਕਲਾ 'ਚ ਜਾਏਗੀ। ਪਰ ਇੱਕ ਸਰਵੇ ਇਹ ਦੱਸ ਰਿਹਾ ਹੈ ਕਿ 82% ਸਾਡੇ ਬੱਚਿਆਂ ਦੇ ਸਿਰਾਂ ਤੋਂ ਜੂੜਾ ਜੋ ਹੈ ਸਿੱਖ ਬੱਚਿਆਂ ਦੇ ਜੋ ਸਕੂਲਾਂ ਵਿੱਚ ਪੜ੍ਹਨ ਵਾਲੇ ਨੇ, ਉਹਨਾਂ ਦੇ ਸਿਰਾਂ ਤੋਂ ਜੂੜਾ ਹਟ ਚੁੱਕਿਆ ਹੈ। ਘਰਾਂ ਦੇ ਵਿੱਚੋਂ ਕੂੜਾ ਗਾਇਬ ਹੋ ਗਿਆ। ਕੂੜਾ ਗਾਇਬ ਆਤਮਿਕ ਮੌਤ ਹੈ, ਕਿਉਂਕਿ ਅਸੀਂ ਬੱਚਾ ਪੰਜਾਬੀ ਨਹੀਂ ਪੜ੍ਹੇਗਾ, ਸਾਡਾ ਸਾਰਾ ਸਾਹਿਤ, ਗੁਰਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਪੰਜਾਬੀ ਦੇ ਅੰਦਰ ਨੇ। ਬੱਚਾ ਆਪਣੀ ਰੂਹਾਨੀ ਖੁਰਾਕ ਦੇ ਨਾਲ ਟੁੱਟ ਜਾਵੇਗਾ, ਤੇ ਜੇ ਕਿਤੇ ਜੂੜਾ ਹੀ ਗਾਇਬ ਹੋ ਗਿਆ, ਉਹ ਆਪਣੇ ਸਰੂਪ ਤੋਂ ਟੁੱਟ ਜਾਵੇਗਾ। ਉਹਦੀ ਸੂਰਤ ਸਿੱਖੀ ਵਾਲੀ ਨਹੀਂ, ਉਹਦੀ ਸੁਰਤੀ ਦੇ ਅੰਦਰ ਸਿੱਖੀ ਨਹੀਂ, ਉਹਦੀ ਸੀਰਤ ਸਿੱਖੀ ਵਾਲੀ ਨਹੀਂ, ਤਾਂ ਫਿਰ ਇਹ ਤਾਂ ਬਹੁਤ ਵੱਡੀ ਚੁਣੌਤੀ ਹੈ। ਆਉਣ ਵਾਲੇ ਸਮੇਂ ਦੇ ਅੰਦਰ ਸਾਡੀ ਕੌਮ ਦੀ ਆਪਣੇ ਆਪ ਹੀ ਗਿਣਤੀ ਜੋ ਹੈ ਘਟਣਾ ਸ਼ੁਰੂ ਹੋ ਜਾਵੇਗੀ। ਤੇ ਗੁਰੂ ਪਿਆਰ ਵਾਲਿਓ, ਇਹ ਧਾਰਮਿਕ ਜੀਵਨ ਜੋ ਸੀ ਉਹ ਬਹੁਤ ਜ਼ਰੂਰੀ ਸੀ, ਜਿਸ ਨੂੰ ਅਸੀਂ ਚੁੱਕਣਾ ਸੀ, ਅਤੇ ਫਿਰ ਬੱਚਿਆਂ ਦੇ ਅੰਦਰ ਇਹ ਗੱਲ ਭਰਨੀ ਸੀ ਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਜਦੋਂ ਬੱਚੇ ਨੂੰ ਇਹ ਪਤਾ ਲੱਗ ਜਾਵੇ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਨੇ, ਬਾਣੀ ਹੀ ਮੇਰਾ ਗੁਰੂ ਹੈ, ਫਿਰ ਉਹਨੂੰ ਗੁਰੂ ਪ੍ਰਤੀ ਪਿਆਰ ਵੀ ਵਧੇਗਾ, ਉਹ ਗੁਰੂ ਦੀ ਗੱਲ ਸੁਣਨ ਨੂੰ ਵੀ ਤਿਆਰ ਹੋਵੇਗਾ। ਲੇਕਿਨ ਜੇਕਰ ਬੱਚੇ ਦੇ ਜੀਵਨ ਦੇ ਅੰਦਰ ਗੁਰਬਾਣੀ ਦੀ ਮਹੱਤਤਾ ਹੀ ਨਹੀਂ, ਤਾਂ ਫਿਰ ਉਹਦੇ ਜਵਾਨੀ 'ਚ ਕਿੱਥੋਂ ਆਵੇਗੀ, ਬੁਢਾਪੇ 'ਚ ਕਿੱਥੋਂ ਆਵੇਗੀ। ਉਹੀ ਕਾਰਨ ਹੈ ਕਿ ਪਿਛਲੇ 50-40 ਸਾਲ ਦੇ ਅੰਦਰ ਜੋ ਇੱਕ ਗੈਪ ਪੈ ਗਿਆ। ਪਹਿਲਾਂ ਅਸੀਂ ਦੇਖਦੇ ਸੀ ਕਿ ਬੱਚਿਆਂ ਦੇ ਸਿਰਾਂ ਦੇ ਉੱਤੇ, ਅੱਜ ਤੋਂ 50 ਸਾਲ ਪਹਿਲਾਂ ਦਾ ਫੋਟੋ ਦੇਖ ਲਓ, ਜਵਾਨ ਤੇ ਬੱਚੇ ਉਨੀ ਸੋਹਣੀ ਤਰੀਕੇ ਨਾਲ ਪੋਚ ਕੇ ਪੱਗ ਨਹੀਂ ਸਨ ਬੰਨ੍ਹਦੇ, ਲੇਕਿਨ ਪੱਗ ਨੂੰ ਆਪਣੇ ਸਿਰ ਦਾ ਤਾਜ ਸਮਝ ਕੇ ਆਪਣੇ ਸਿਰ ਦੇ ਉੱਤੇ ਰੱਖਦੇ ਸਨ। ਅੱਜ ਜਦੋਂ ਇੱਕ ਸਵਾਲ ਕੀਤਾ ਗਿਆ, ਬੱਚਿਆਂ ਦੇ ਅੰਦਰ ਧਾਰਮਿਕ ਰੁਚੀ ਘਟੀ ਹੈ, ਅੱਜ ਸਵਾਲ ਕੀਤਾ ਗਿਆ, ਇੱਕ ਸਰਵੇ ਕੀਤਾ ਗਿਆ, ਤੇ 70% ਨੌਜਵਾਨ ਕੇਸ ਕਟਾਉਣ ਦਾ ਕਾਰਨ, ਦਸਤਾਰ ਨਾ ਬੰਨਣ ਦਾ ਕਾਰਨ, ਉਹ ਇਹ ਦੱਸ ਰਿਹਾ ਹੈ ਕਿ ਕੇਸ ਲੰਬੇ ਨੇ, ਸੰਭਾਲੇ ਨਹੀਂ ਜਾਂਦੇ। ਨਾਲ ਇਹ ਦੱਸ ਰਿਹਾ ਹੈ ਕਿ ਮੈਨੂੰ ਦਸਤਾਰ ਬੰਨਣੀ ਨਹੀਂ ਆਉਂਦੀ। ਤੇ ਦੂਜਾ ਪੱਖ ਇਹ ਹੈ ਕਿ ਸਰਕਾਰੀ ਏਜੰਸੀਆਂ ਕੇਸਾਂ ਨੂੰ ਕਤਲ ਕਰਾਉਣ ਲਈ ਉਤਸ਼ਾਹਿਤ ਕਰ ਰਹੀਆਂ। ਮੈਂ ਆਪ ਗੁਰਮਤਿ ਪ੍ਰਕਾਸ਼ ਦੇ ਅੰਦਰ ਪੜ੍ਹਿਆ ਕਿ ਪੰਜਾਬ ਦੇ ਅੰਦਰ ਕੁਝ ਲੋਕਾਂ ਦੀ ਡਿਊਟੀ ਡਾਕਟਰ ਸਾਹਿਬਾਨਾਂ ਦੀ ਇਸ ਕਰਕੇ ਲੱਗੀ ਸੀ ਕਿ ਜਦੋਂ ਕੋਈ ਬੱਚਾ ਕਿਤੇ ਕਿਸੇ ਵੀ ਬਿਮਾਰੀ ਦੇ ਨਾਲ ਮਾਪਿਓ ਲੈ ਕੇ ਡਾਕਟਰਾਂ ਕੋਲ ਪਹੁੰਚਦੇ, ਤਾਂ ਕਹਿੰਦੇ ਜੀ ਇਹਦੇ ਕੇਸ ਕਤਲ ਕਰਾ ਦਿਓ, ਇਹ ਕਮਜ਼ੋਰ ਹੈ, ਖੂਨ ਚੂਸ ਰਹੇ ਨੇ, ਇਹਦਾ ਸਿਰ ਦਰਦ ਹੈ, ਕੇਸ ਕਤਲ ਕਰਾ ਦਿਓ। ਇੱਕ ਸਾਜ਼ਿਸ਼ ਸੀ। ਅਤੇ ਆਮ ਕਰਕੇ ਵੀ ਜਦੋਂ ਅਸੀਂ ਕਿਸੇ ਸਾਬਤ ਸੂਰਤ ਪਿਤਾ ਦੇ ਨਾਲ ਚੱਲਦੇ ਬੱਚੇ ਜਿਹਦੇ ਕੇਸ ਨਹੀਂ ਪੁੱਛਦੇ ਹਾਂ, ਤੇ ਕੋਈ ਜਵਾਬ ਲੱਭਦਾ ਜੀ ਇਹਦਾ ਸਿਰ ਦਰਦ ਰਹਿੰਦਾ ਹੈ, ਇਹ ਕਮਜ਼ੋਰ ਹੈ। ਡਾਕਟਰ ਨੇ ਇਹ ਗੱਲ ਕਹਿ ਦਿੱਤੀ। ਮੇਰੇ ਕਹਿਣ ਤੋਂ ਭਾਵ ਕਿ ਜੇਕਰ ਅਸੀਂ ਬਚਪਨ ਦੇ ਅੰਦਰ ਧਾਰਮਿਕ ਜੀਵਨ ਨਹੀਂ ਬਣਾ ਸਕੇ, ਫਿਰ ਜਵਾਨੀ ਧਾਰਮਿਕ ਨਹੀਂ ਹੋ ਸਕਦੀ, ਤੇ ਜੇਕਰ ਜਵਾਨੀ ਧਾਰਮਿਕ ਨਹੀਂ, ਤਾਂ ਫਿਰ ਕੁਦਰਤੀ ਤੌਰ ਦੇ ਉੱਤੇ ਬੁਢਾਪਾ ਧਾਰਮਿਕ ਕਿੱਥੋਂ ਹੋਵੇਗਾ। ਸਹਿਜੇ ਸਿੱਖੀ ਜੋ ਹੈ ਉਹ ਖਤਮ ਹੋਣਾ ਸ਼ੁਰੂ ਹੋ ਜਾਏਗੀ, ਤੇ ਫਿਰ ਸਾਡੇ ਅੰਦਰੋਂ ਅੱਜ ਪ੍ਰਮਾਤਮਾ ਦਾ ਜੋ ਸਾਡੇ ਅੰਦਰ ਵਿਸ਼ਵਾਸ ਸੀ, ਉਹਨੂੰ ਵੀ ਤੋੜਨ ਦਾ ਯਤਨ ਹੈ। ਕਿਉਂਕਿ ਗੁਰਬਾਣੀ ਨੂੰ ਪੜ੍ਹਦੇ ਨਹੀਂ, ਜਿਸ ਨੂੰ ਜੋ ਮਰਜ਼ੀ ਆਂਦਾ ਕਹੀ ਜਾ ਰਿਹਾ ਹੈ, ਕੋਈ ਕੁਦਰਤ ਹੀ ਕਾਦਰ ਦੱਸ ਰਿਹਾ ਹੈ, ਕੋਈ ਕਹਿੰਦਾ ਆਤਮਾ ਨਾਂ ਦੀ ਚੀਜ਼ ਹੀ ਕੋਈ ਨਹੀਂ। ਤੇ ਫਿਰ ਬੱਚੇ ਜੋ ਨੇ ਉਹ ਭੰਬਲ ਭੂਸੇ 'ਚ ਨੇ, ਕਾਰਨ ਕਿਉਂਕਿ ਆਪਣਾ ਜੀਵਨ ਧਾਰਮਿਕ ਗੁਰਬਾਣੀ ਨੂੰ ਪੜ੍ਹਿਆ ਨਹੀਂ। ਦੂਜਾ ਪੱਖ ਆਉਂਦਾ ਹੈ ਸਾਡਾ ਕਿ ਸਾਡੇ ਜੋ ਧਾਰਮਿਕ ਸਥਾਨ ਨੇ, ਧਾਰਮਿਕ ਸਥਾਨਾਂ ਵੱਲ ਜਦੋਂ ਅਸੀਂ ਝਾਤ ਮਾਰਦੇ ਹਾਂ, ਇਸ ਨੂੰ ਵੀ ਬਹੁਤ ਵੱਡੀਆਂ ਚੁਣੌਤੀਆਂ। ਸਾਡੇ ਧਾਰਮਿਕ ਸਥਾਨ ਕੀ ਸਨ? ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਇਹ ਸਾਨੂੰ ਸੋਝੀ ਦੇਣ ਵਾਲੇ ਸਨ, ਗਿਆਨ ਦੇਣ ਵਾਲੇ ਸਨ। ਪਰ ਅੱਜ ਦੇ ਪੱਖ ਦੇ ਅੰਦਰ ਇੱਥੋਂ ਗਿਆਨ ਨਹੀਂ ਮਿਲ ਰਿਹਾ, ਬਹੁਤ ਘੱਟ ਮਿਲ ਰਿਹਾ ਹੈ। ਅਤੇ ਕਾਰਨ ਕੀ ਹੈ ਕਿ ਅੱਜ ਜੋ ਵਿਅਕਤੀ ਧਰਮ ਗੁਰੂ ਘਰਾਂ ਦੇ ਅੰਦਰ ਕਾਬਜ਼ ਹੈ, ਉਹ ਸੱਚ ਕਰਕੇ ਆਪ ਧਾਰਮਿਕ ਨਹੀਂ, ਉਹਦਾ ਆਪਣਾ ਜੀਵਨ ਧਾਰਮਿਕ ਨਹੀਂ। ਤੇ ਫਿਰ ਇਹਦੇ ਕਾਰਨ ਧਰਮ ਜੋ ਹੈ ਉਹ ਗੁਰੂ ਘਰਾਂ ਚੋਂ ਅਲੋਪ ਹੋ ਰਿਹਾ ਹੈ। ਸਿੱਖੀ ਸਿਧਾਂਤ ਗੁਰਮਤਿ ਦੇ ਅਲੋਪ ਹੋ ਰਹੇ ਨੇ, ਮਨਮਤ ਦਾ ਪਸਾਰਾ ਹੋ ਰਿਹਾ ਹੈ। ਅਤੇ ਜਿਹੜਾ ਵੀ
ਗੁਰੂ ਘਰਾਂ ਦੇ ਅੰਦਰ ਕੀਤਾ ਜਾ ਰਿਹਾ ਹੈ ਉਸੇ ਨੂੰ ਹੀ ਸਿੱਖੀ ਸਮਝਿਆ ਜਾ ਰਿਹਾ ਹੈ। ਚਾਹੇ ਉਹ ਕੋਈ ਵੀ ਕਰਮ ਹੈ ਉਹ ਗੁਰਮਤ ਦੇ ਖਿਲਾਫ ਹੈ, ਗੁਰਬਾਣੀ ਦੇ ਖਿਲਾਫ ਹੈ, ਉਸੇ ਨੂੰ ਹੀ ਸਿੱਖੀ ਸਮਝਿਆ ਜਾ ਰਿਹਾ ਹੈ। ਗੁਰਦੁਆਰੇ ਜੋ ਨੇ ਸਾਡੇ ਉਹ ਰਾਜਨੀਤਿਕ ਅਖਾੜੇ ਤੇ ਅੱਡੇ ਬਣਦੇ ਜਾ ਰਹੇ ਨੇ। ਪਹਿਲਾਂ ਧਰਮ ਦੇ ਵਿੱਚੋਂ ਕਿਸੇ ਨੂੰ ਤਾਕਤ ਦਿੱਤੀ ਜਾਂਦੀ ਸੀ, ਧਰਮ ਪੁਰਸ਼ ਨੂੰ ਚੁਣਿਆ ਜਾਂਦਾ ਸੀ, ਇਹਨੂੰ ਨਵਾਬੀ ਦਿੱਤੀ ਜਾਵੇ। ਸਾਡੇ ਸਾਹਮਣੇ ਨਵਾਬ ਕਪੂਰ ਸਿੰਘ ਜੀ ਦੀ ਮਿਸਾਲ ਹੈ ਕਿ ਜਦੋਂ ਸਮੇਂ ਦੇ ਹਾਕਮਾਂ ਨੇ ਦੇਖਿਆ ਕਿ ਅਸੀਂ ਸਿੱਖਾਂ ਨੂੰ ਜਿੱਤ ਨਹੀਂ ਸਕਦੇ, ਨਵਾਬੀ ਦੀ ਪੇਸ਼ਕਸ਼ ਕਰ ਦਿੱਤੀ ਤੇ ਉਸ ਵੇਲੇ ਪੰਥ ਦੇ ਅੰਦਰ ਝਗੜਾ ਇਹ ਨਹੀਂ ਪੈਦਾ ਹੋਇਆ ਕਿ ਨਵਾਬੀ ਮੈਂ ਲਵਾਂਗਾ, ਝਗੜਾ ਇਹ ਪੈਦਾ ਹੋ ਗਿਆ ਕਿ ਨਵਾਬੀ ਦੇਣੀ ਕਿਸ ਨੂੰ ਹੈ, ਕੋਈ ਲੈਣ ਨੂੰ ਹੀ ਤਿਆਰ ਨਹੀਂ ਸੀ। ਤੇ ਜਦੋਂ ਨਵਾਬ ਕਪੂਰ ਸਿੰਘ ਜੀ ਨੂੰ ਦਿੱਤੀ ਜਾਣ ਲੱਗੀ ਤਾਂ ਉਹਨਾਂ ਨੇ ਪੰਥ ਦੇ ਅੱਗੇ ਪਹਿਲਾਂ ਤਾਂ ਇਨਕਾਰ ਹੋਏ ਨੇ, ਲੇਕਿਨ ਜਦੋਂ ਪੰਥ ਨੇ ਹੁਕਮ ਕੀਤਾ ਤੇ ਫਿਰ ਪੰਥ ਦੇ ਅੱਗੇ ਹੱਥ ਬੰਨ੍ਹ ਕੇ ਖੜੇ ਹੋ ਗਏ, ਸਿੰਘਾਂ ਦੇ ਅੱਗੇ, ਪੰਜ ਸਿੰਘਾਂ ਦੇ ਅੱਗੇ, ਕਹਿਣ ਲੱਗੇ ਮੈਂ ਤੁਹਾਡਾ ਹੁਕਮ ਮੰਨਣ ਨੂੰ ਤਿਆਰ ਹਾਂ, ਨਵਾਬੀ ਲੈ ਲਵਾਂਗਾ, ਪਰ ਮੇਰੀ ਇੱਕ ਬੇਨਤੀ ਜੇ, ਮੇਰੇ ਹੱਥ ਦੇ ਵਿੱਚੋਂ ਘੋੜਿਆਂ ਦੇ ਤਬੇਲੇ ਦੀ ਸੇਵਾ ਨਾ ਲਵੇ। ਇਹ ਮਹਾਨ ਕਿਰਦਾਰ ਸੀ ਜੋ ਸਾਡੇ ਵਿੱਚੋਂ ਖੁੱਸ ਗਿਆ ਤੇ ਅੱਜ ਸਾਡੇ ਸਾਹਮਣੇ ਇਹ ਚੁਣੌਤੀਆਂ ਬਣ ਗਈਆਂ ਨੇ ਕਿ ਜਿਹੜੇ ਲੋਕੀ ਰਾਜਨੀਤਿਕ ਪੱਖ ਦੇ ਲੋਕੀ ਨੇ ਉਹ ਧਰਮ ਦੇ ਉੱਤੇ ਕਾਬਜ ਨੇ ਅਤੇ ਉਹਨਾਂ ਦਾ ਧਰਮ ਦੇ ਉੱਤੇ ਕਾਬਜ ਹੋਣ ਦੇ ਕਾਰਨ ਸਾਡੇ ਧਾਰਮਿਕ ਸਥਾਨ, ਸਾਡੀਆਂ ਧਾਰਮਿਕ ਸੰਸਥਾਵਾਂ ਉਹ ਕੌਮੀ ਤੌਰ ਦੇ ਉੱਤੇ ਜੋ ਨੇ ਉਹਨਾਂ ਰਾਜਨੀਤਿਕ ਲੋਕਾਂ ਦੇ ਕੋਲ ਗੁਲਾਮ ਹੋ ਚੁੱਕੀਆਂ ਨੇ। ਸਿਧਾਂਤਕ ਛੇੜਛਾੜ ਮਰਿਆਦਾ ਦੇ ਨਾਲ ਹੋ ਰਹੀ ਹੈ, ਉਹਨਾਂ ਨੂੰ ਤਕਲੀਫ ਕੋਈ ਨਹੀਂ ਕਿਉਂਕਿ ਉਹਨਾਂ ਦੀਆਂ ਵੋਟਾਂ ਜੋ ਨੇ ਉਹ ਘਟ ਜਾਂਦੀਆਂ ਨੇ। ਉਹਦੇ ਨਾਲ ਨਾਲ ਬਹੁਤ ਸੰਮਤੀ ਵੱਲੋਂ ਪਹਿਲਾਂ ਆਪਣੇ ਮੋਹਰੇ ਜੋ ਸਨ ਉਹ ਧਾਰਮਿਕ ਸਥਾਨਾਂ ਦੇ ਉੱਤੇ ਰੱਖੇ ਗਏ, ਲੇਕਿਨ ਹੁਣ ਸਹਿਜੇ ਸਹਿਜੇ ਜੋ ਜਦੋਂ ਦੇਖ ਲਿਆ ਕਿ ਇਹਨਾਂ ਦੇ ਆਗੂ ਹੀ ਜੋ ਨੇ ਉਹ ਬੇਈਮਾਨੀ ਦੇ ਉੱਤਰ ਆਏ ਨੇ, ਉਹਨਾਂ ਨੂੰ ਪੁੱਤਰ ਮੋਹ ਹੈ, ਉਹਨਾਂ ਨੂੰ ਪਾਰਟੀ ਮੋਹ ਹੈ, ਉਹ ਖੁਦਗਰਜ਼ ਨੇ, ਤਾਂ ਫਿਰ ਉਹਨਾਂ ਨੂੰ ਤਾਂ ਛੋਟੇ ਛੋਟੇ ਟੁੱਕੜ ਬੋਚਾਂ ਦੇ ਉੱਤੇ ਖਰੀਦਿਆ ਜਾ ਸਕਦਾ ਹੈ। ਤਾਂ ਜੋ ਇਹ ਬਹੁਤ ਸੰਮਤੀ ਹੈ, ਇਸ ਨੇ ਕਈ ਕਿਸਮ ਦੇ ਹੀਲੇ, ਕਈ ਕਿਸਮ ਦੇ ਤਰੀਕੇ ਤੇ ਰਣਨੀਤੀਆਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਕਿ ਸਿੱਖ ਧਰਮ ਦੇ ਜੋ ਧਾਰਮਿਕ ਸਥਾਨ ਨੇ ਇਹਨਾਂ ਨੂੰ ਜਦ ਤੱਕ ਅਸੀਂ ਮਲੀਆਮੇਟ ਨਹੀਂ ਕਰਦੇ, ਇਹਨਾਂ ਦੇ ਸਿਧਾਂਤ ਮਲੀਆਮੇਟ ਨਹੀਂ ਕਰਦੇ, ਇਹਨਾਂ ਨੂੰ ਆਪਣੇ ਵਿੱਚ ਨਹੀਂ ਮਿਲਾਉਂਦੇ, ਅਸੀਂ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ। ਸਮਾਂ ਸੀ ਗੁੜ ਨੂੰ ਗੁੜ ਨਹੀਂ ਸੀ ਕਹਿਣ ਦਿੰਦਾ ਸਮੇਂ ਦਾ ਹਾਕਮ ਕਿ ਇਹਨੂੰ ਰੋੜੀ ਕਹੋ ਸਿੱਖਾਂ ਨੂੰ ਗੁਰੂ ਚੇਤੇ ਆਉਂਦਾ ਹੈ। ਹੁਣ ਅੱਜ ਦਾ ਹਾਕਮ ਇਹ ਚਾਹੁੰਦਾ ਹੈ ਕਿ ਸਿੱਖ ਜੋ ਹੈ ਇਹਦੇ ਗੁਰਧਾਮ ਹੀ ਮੇਰੇ ਕੰਟਰੋਲ ਦੇ ਅੰਦਰ ਹੋ ਜਾਣ, ਨਹੀਂ ਤਾਂ ਕਈ ਥਾਵਾਂ ਦੇ ਉੱਤੇ ਤਾਂ ਕਬਜ਼ੇ ਸ਼ੁਰੂ ਹੋ ਗਏ। ਸਾਡੇ ਸਾਹਮਣੇ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਮੰਗੂ ਮੱਠ ਸਾਡੇ ਸਾਹਮਣੇ ਮਿਸਾਲਾਂ ਨੇ, ਗੁਰਦੁਆਰਾ ਡਾਂਗਮਾਰ ਸਾਡੇ ਸਾਹਮਣੇ ਮਿਸਾਲ ਹੈ। ਇਹ ਪਿਛਲੇ ਦਿਨਾਂ ਤੋਂ ਇੱਕ ਜੋ ਸੀ ਵਾਇਰਲ ਹੋ ਰਹੀ ਸੀ ਜੋ ਇੱਕ ਪੋਸਟ ਕਿ ਹੁਣ ਬਾਬਰੀ ਮਸਜਿਦ ਤੋਂ ਬਾਅਦ ਦਰਬਾਰ ਸਾਹਿਬ ਦਾ ਜੋ ਹੈ ਸਾਡਾ ਨਿਸ਼ਾਨਾ ਹੈ। ਗੱਲ ਵੱਖਰੀ ਹੈ ਕਿ ਉਹਨਾਂ ਨੂੰ ਇਹ ਚੇਤੇ ਨਹੀਂ ਕਿ ਇਹ ਕੌਮ ਖੰਡੇ ਦੀ ਧਾਰ ਤੋਂ ਉਪਜੀ ਹੈ, ਇਹਦੇ ਬਜ਼ੁਰਗਾਂ ਨੇ ਖੰਡੇ ਵਾਏ ਨੇ, ਸ਼ਹਾਦਤਾਂ ਪ੍ਰਾਪਤ ਕਰਨ ਤੋਂ ਉਪਰੰਤ ਵੀ ਇਹਨਾਂ ਦੇ ਬਜ਼ੁਰਗਾਂ ਦੀਆਂ ਮੁੱਠਾਂ ਜੋ ਸਨ ਉਹ ਹਥਿਆਰਾਂ ਦੀਆਂ ਹੱਥੀਆਂ ਦੀ ਪਕੜ ਜੋ ਸੀ ਮਜ਼ਬੂਤ ਸੀ, ਉਹ ਕਿਤੇ ਭੁਲੇਖੇ ਅੰਦਰ ਹੋਣਗੇ। ਲੇਕਿਨ ਸਾਨੂੰ ਵੀ ਸੋਚਣਾ ਚਾਹੀਦਾ ਹੈ ਕਿ ਕਦੇ ਇਹੋ ਜਿਹੇ ਕਾਰਨ ਬਣਦੇ ਨੇ ਤਾਂ ਸਾਡੇ ਕੋਲ ਇਸ ਚੁਣੌਤੀ ਦਾ ਹੱਲ ਕੀ ਹੈ, ਕਿਵੇਂ ਤਿਆਰੀ ਕਰਨੀ ਹੈ। ਦੂਜੇ ਪਾਸੇ ਸਿੱਖੀ ਦੇ ਅੰਦਰ ਭੰਬਲ ਭੂਸੇ ਪਾਉਣ ਵਾਸਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਦਰਬਾਰ ਸਾਹਿਬ ਦੇ ਮਾਡਲ ਤਿਆਰ ਕੀਤੇ ਜਾ ਰਹੇ। ਅਫਸੋਸ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਾਂ ਦੇ ਪੈਸੇ ਦੇ ਨਾਲ, ਸਿੱਖਾਂ ਦੀ ਭੇਟਾਵਾਂ ਦੇ ਨਾਲ ਇੱਕ ਸਾਧ ਸਿਹੋੜੇ ਵਾਲਾ ਕਾਫੀ ਸਮਾਂ 20-22 ਸਾਲ ਲਗਾ ਕੇ ਦਰਬਾਰ ਸਾਹਿਬ ਦਾ ਹੂਬਹੂ ਮਾਡਲ ਤਿਆਰ ਕਰ ਲੈਂਦਾ, ਨਕਲ ਤਿਆਰ ਕਰ ਲੈਂਦਾ ਹੈ। ਸਾਡੀ ਕੌਮੀ ਜੋ ਅਗਵਾਈ ਕਰਨ ਵਾਲੇ ਕੌਮੀ ਆਗੂ ਨੇ, ਧਾਰਮਿਕ ਆਗੂ ਨੇ, ਸਾਡੇ ਜਿਹੜੇ ਰਾਜਨੀਤਿਕ ਆਉਣ ਵਾਲੇ ਜਿਹੜੇ ਕਹਿੰਦੇ ਨੇ ਅਸੀਂ ਧਰਮ ਤੇ ਕੌਮ ਦੇ ਆਗੂ ਹਾਂ, ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ। ਗੱਲ ਵੱਖਰੀ ਹੈ ਉਸ ਵੇਲੇ ਜਥੇਦਾਰ ਕੇਵਲ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਜੋ ਉਸ ਵੇਲੇ ਦੇ ਜਥੇਦਾਰ ਸਨ, ਉਹਨਾਂ ਨੂੰ ਉਸਨੂੰ ਰੋਕਣ ਦਾ ਯਤਨ ਜ਼ਰੂਰ ਕੀਤਾ। ਲੇਕਿਨ ਦੂਜੇ ਪਾਸੇ ਸਾਡੇ ਵੱਡੇ ਵੱਡੇ ਰਾਜਨੀਤਿਕ ਆਗੂ ਸਵੇਰੇ ਤੇ ਸ਼ਾਮ, ਧਾਰਮਿਕ ਆਗੂ, ਉੱਥੇ ਦੀਆਂ ਸਾਡੀਆਂ ਧਾਰਮਿਕ ਸ਼੍ਰੇਣੀਆਂ ਦੇ ਜੋ ਸਾਡੀਆਂ ਕਮੇਟੀਆਂ ਨੇ ਜਾਂ ਜੋ ਸਾਡੇ ਧਾਰਮਿਕ ਜੋ ਸੰਸਥਾਵਾਂ ਨੇ ਉਹਨਾਂ ਦੇ ਆਗੂ ਉਹਦੀ ਤਾਂ ਸਵੇਰੇ ਸ਼ਾਮ ਜਾ ਕੇ ਹਾਜ਼ਰੀ ਭਰਦੇ ਸਨ। ਇਹ ਬਹੁਤ ਵੱਡੀ ਚੁਣੌਤੀ ਹੈ ਕਿ ਅੱਜ ਸਾਨੂੰ ਜੋ ਹੈ ਗੁਰਧਾਮਾਂ ਦੇ ਨਾਲ ਤੋੜਨ ਦਾ ਯਤਨ ਹੈ ਜਾਂ ਕੋਈ ਨਾ ਕੋਈ ਨਵਾਂ ਭੰਬਲ ਭੂਸਾ ਗੁਰਧਾਮਾਂ ਦੇ ਨਾਂ ਦੇ ਉੱਤੇ ਜੋ ਹੈ ਉਹ ਤਿਆਰ ਕੀਤਾ ਜਾ ਰਿਹਾ। ਫਿਰ ਗੁਰੂ ਘਰਾਂ ਦੇ ਅੰਦਰ ਪ੍ਰਬੰਧਕੀ ਝਗੜੇ ਨੇ, ਇਹਨਾਂ ਝਗੜਿਆਂ ਦੀ ਵੱਡੀ ਚੁਣੌਤੀ ਸਾਨੂੰ ਇਹ ਬਣ ਗਈ ਕਿ ਸਾਡਾ ਨੌਜਵਾਨ ਵਰਗ, ਸਾਡਾ ਬਚਪਨ ਗੁਰੂ ਘਰਾਂ ਦੇ ਝਗੜਿਆਂ ਦੇ ਨੂੰ ਸਾਹਮਣੇ ਦੇਖਦੇ ਹੋਏ ਗੁਰੂ ਘਰਾਂ ਤੋਂ ਬੇਮੁਖ ਹੋ ਰਿਹਾ ਹੈ। ਜਦੋਂ ਕਿਸੇ ਨੌਜਵਾਨ ਦੇ ਨਾਲ, ਪੜ੍ਹੇ ਲਿਖੇ ਦੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਗੁਰਦੁਆਰੇ ਸਾਹਿਬ ਕਿਉਂ ਨਹੀਂ ਆਉਂਦੇ,
आम करके जवाब यो लगता है जी उत्थे आके की करना, गुरुद्वारे तो लड़ाइयां दे अखाड़े बन चुके हैं। कारण यह है कि पहला धार्मिक बिरती वालियां नूं राजनीति वाले पासे हथ बन बन के भेजा जाता सी। अज राजनीति वरती वाले जो ने वो जो धोखे ते ठगियां करने वाले ने, जिन्होंने अपनी कुर्सी की भुख है, शोहरत की भुख है, वो गुरु घर वाल मूँह करके आ गए ते जिदे कारण सानू बहुत वड्डियां जो चुनौतियां ने अपने गुरधामां प्रति ने कि साडे गुरधाम जो ने वो अपना फर्ज जो है वो निभा नहीं रहे, क्योंकि ये सियासी अखाड़े बन चुके हैं। फिर जो असीं देखते हाँ कि धार्मिक सिद्धांतां के उत्ते हमले ने, अज दा नौजवान भंबल फुसियां दे अंदर है। कोई समा सी कोई एक विरोधी एक किताब लिखदा सी, पहला तो लिखण दी जुरत दे वास्ते उहनूं सरमाया चाहिदा सी। चलो किसी एजेंसी ने उन्हें किताब लिखवा भी दी, वो किताब की कीमत सारे नहीं सन तार सकते, सारे लोग नहीं सन पढ़ते। एक कोई किताब लै भी जाता सी, पढ़ लैंदा सी, उन्हें थोड़ा बहुता पता लगता सी किसी सिद्धांत के अंदर रलावट हो रही है, किते इतिहास को बिगाड़िया जा रहा है। पर अज इंटरनेट के जमाने के अंदर असीं की देख रहे हैं कि जो जिसनों मर्जी आ रहा है लिखिया जा रहा, साडे शहीदां नूं नहीं बख्शिया जा रहा, साडे गुरु पातशाहां प्रति शंके पैदा किए जा रहे हैं, गुरबाणी प्रति शंके पैदा किए जा रहे हैं, गुरु पातशाह की गुरता गद्दी वास्ते, गुरु ग्रंथ साहब जी की सर्वोच्चता वास्ते शंके पैदा किए जा रहे हैं। पहला असीं शुरू देखिया कि ग्रंथी सिंह ताबिया बैठा हुंदा सी ते कई लोग कहण कि भाई ग्रंथी सिंह दे बैठिया गुरु ग्रंथ साहब जी के उत्ते चोर दूजा आदमी ना करे, क्योंकि वो गुरु ग्रंथ साहब जी के नाल ग्रंथी सिंह के सिर के उत्ते चोर हो रही है। लेकिन वो पिछे भी कोई कारण होया। अज असीं देख रहे हैं उहिओ लोग कह रहे हैं कि गुरु ग्रंथ साहब जी नूं पालकी की की लोड़ है, गुरु ग्रंथ साहब जी के उत्ते चौर की की लोड़ है। गुरु ग्रंथ साहब जी साडे वास्ते एक ज्ञान में, सानू इस ज्ञान नूं किसी थां में रख लईए, ये तो मोबाइल च भी हो सकते हैं। सानू गुरु ग्रंथ साहब जी के प्रकाश की की लोड़ है, असीं एक LCD ला लईए, उहदे विच एक जो है पेन ड्राइव पा दईए, गुरबाणी अगे चलती होवे, असीं अगे बैठ के देखते रहिए। भाव साडे गुरुद्वारियां दा जो रूपरेखा है, जो सिख की भावना है कि मैं रोज जाके गुरु पातशाह के दर्शन करने ने, गुरु पातशाह के दर्शन करने वास्ते जो सिख गुरु कोल जाता है गुरुद्वारे साहब, ये साडी एक ताकत बनती सी कि सारे संगती रूप में इकट्ठे होंदे सा, एक दूजे की दुख तकलीफ का पता लगता सी, किते कोई पंथक तौर पर कोई घाटवाद हो रही है वह पता लगता सी। इहनूं भी तोड़न का यत्न है, वड्डी चुनौती साडे वास्ते बन गई। रोज साडे सिद्धांतक तौर के उत्ते साडे सिद्धांतां दे उत्ते हमले ने, प्रचारकां दी अपनी खिंचोतान पै गई। अते अज देख रहे हाँ जिन्होंने यह सिखाउणा सी, जिन्हें प्रचार करना सी कि सतगुरु कहते हैं होए इकत्तर मिलो मेरे भाई, दुबदा दूर करो लिवलाए, हर नामै की होवो जोड़ी, गुरमत बैसो सफा बिछाए। ये असी आपस में इतने पाटे पे हाँ होमै दे विच, ईगो दे विच। कारण की है? कारण यह है कि शायद गुरबाणी नूं चंगी तरह नाल समझ नहीं सके, थां थां दे उत्तों थोड़ी थोड़ी मत नूं इकट्ठा किया। भाई वीर सिंह जी की गल जो है चेते आ रही है कि उन्होंने बड़ी कमाल की गल समझाउण दा यतन किया कि सिर कच कोल पकड़ हथ लीना, पढ़िया दुआरे फिरिया, दर दर दे टुक मंग मंग पाए, तुन तुन के ए भरिया, भरिया देख आफरिया मेसा, जाना पंडित होया, टिकदा पैर जमीते नहीं, उच्चा उच उच्चा हो तुरिया, एक कहे कच कोल जदों में, मुर्शद अगे धरिया, झूठ झूठ उस कर उलटाया, सारा खाली करे। साडी तां हालत यह हो गई कि भाई दो कितों सुन लियां, दो कितों सुन लियां। किसी ने कह दिता कि बाबा दीप सिंह जो सी वो साडा नहीं सी, असीं अगे प्रचारना शुरू कर दिता। किसी ने कह दिता गुरु गोबिंद सिंह जी ने किते गुरता गद्दी नहीं दी, असीं अगे चलना शुरू हो गए, प्रचारना शुरू कर दिता। किसी ने कह दिता कि नहीं जी अमृत वेले तां है ही कोई नहीं, अमृत वेला, असीं उसे पासे लग गए। कुल मेरे कहने तो भाव कि ये जो झूठ थां थां दी असीं इकट्ठी कीती, भाई वीर सिंह जी के अनुसार कि एक भांडा पकड़ के थां थां दे उत्ते मंगदे 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 जुट इकट्ठी कर लई। ते किसी ने कहा भाई मुर्शद दे अगे तां रख, जो मुर्शद अगे रखिया उन्हें कहा झूठी झूठ है, सुट्टो इहनूं परे, सारा उन्हें खाली कर दिता। हुण कारण की है कि चाहिदा सी मुर्शद दे कोलों धन गुरु ग्रंथ साहब जी तो ज्ञान लैना। धन गुरु ग्रंथ साहब जी सानूं हर पक्ष समझाउंदे, हर गल समझाउंदे, हर दलील दे नाल सानूं दसदे तेरा जीवन की है, आत्मिक जीवन किस तरह का होवेगा। ते असीं वो तां थां थां दे उत्ते लोकां तो ही पुछना शुरू कर दित्ता। ते बंदियां दी अपनी अपनी बिरती सी। अज दा जो समय दा लिखारी है ना,
ਜਿਹੜਾ ਕੌਮ ਦੇ ਸਿਧਾਂਤ ਲਿਖਦਾ ਉਹ ਰਾਤ 1 ਵਜੇ ਦੇ ਉੱਤੇ ਇੰਟਰਨੈਟ ਦੇ ਉੱਤੇ ਲਗਾ ਰਹਿੰਦਾ, ਕਦੀ ਇੱਧਰ ਦੀਆਂ ਕਦੀ ਉੱਧਰ ਦੀਆਂ, ਪੁੱਠੀਆਂ ਸਿੱਧੀਆਂ, ਕੋਈ ਦੁਨੀਆ ਦਾ ਪਤਾ ਨਹੀਂ, ਕੋਈ ਅਧਿਆਤਮਿਕ ਜੀਵਨ ਨਹੀਂ, ਕੋਈ ਸਪਿਰਿਚੁਅਲਿਟੀ ਨਹੀਂ, ਕੋਈ ਪਰਮਾਤਮਾ ਦੀ ਬੰਦਗੀ ਨਹੀਂ, ਕੋਈ ਸ਼ਬਦ ਦੇ ਨਾਲ ਪਿਆਰ ਨਹੀਂ, ਕੋਈ ਨਿਤਨੇਮ ਨਹੀਂ, ਕੋਈ ਨਿਤਨੇਮ ਦਾ ਵੇਲਾ ਨਹੀਂ, ਕੋਈ ਉਹਦੇ ਕੋਲ ਕਕਾਰ ਨਹੀਂ, ਕੋਈ ਉਹਦੇ ਕੋਲ ਸਾਬਤ ਸੂਰਤ ਨਹੀਂ, ਕੋਈ ਸਿੱਖੀ ਇਤਿਹਾਸ ਦਾ ਪਤਾ ਨਹੀਂ। ਤੇ ਸਵੇਰੇ 10 ਵਜੇ ਸੁੱਤਾ ਉੱਠਿਆ ਮੇਰੀ ਤਰ੍ਹਾਂ ਨੰਗੇ ਸਿਰ ਚਾਹ ਦਾ ਕੱਪ ਲੈ ਕੇ ਪੈਨ ਤੇ ਕਾਪੀ ਲੈ ਕੇ ਬਹਿ ਜਾਂਦਾ, ਕਹਿੰਦਾ ਅੱਜ ਕੌਮ ਦਾ ਸਿਧਾਂਤ ਲਿਖਾਂਗਾ। ਇਹੋ ਜਿਹੀ ਝੂਠ ਜੋ ਹੈ, ਇਹੋ ਜਿਹੇ ਲੋਕਾਂ ਦੀ ਝੂਠ ਨੂੰ ਅਸੀਂ ਇਕੱਠਾ ਕਰ ਕਰਕੇ ਅੱਜ ਕੌਮ ਦੇ ਵਾਸਤੇ ਇਹੋ ਜਿਹੇ ਪ੍ਰਚਾਰਕ ਜੋ ਨੇ ਉਹਨਾਂ ਨੇ ਬਹੁਤ ਵੱਡੀ ਚੁਣੌਤੀ ਪਾਈ। ਅਤੇ ਚੁਣੌਤੀ ਕੀ ਹੋ ਗਈ? ਇੱਕ ਤਾਂ ਵਿਰੋਧੀ ਜੋ ਹੈ ਉਸਨੇ ਸਾਡਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ, ਦੂਜਾ ਸਾਡੇ ਆਪਣੇ ਵਿੱਚ ਦੁਬਦਾ ਪੈਦਾ ਹੋ ਗਈ, ਤੇ ਤੀਜੀ ਗੱਲ ਵੱਡੀ ਇਹ ਬਣ ਗਈ ਕਿ ਨੌਜਵਾਨ ਤੇ ਬੱਚਾ ਜੋ ਹੈ ਉਸ ਨੂੰ ਸਮਝ ਨਹੀਂ ਆਉਂਦੀ ਕਿ ਇਹਦੇ ਵਿੱਚੋਂ ਸੱਚ ਕੀ ਹੈ ਤੇ ਝੂਠ ਕੀ ਹੈ। ਤੇ ਉੱਪਰੋਂ ਦੀ ਅਸੀਂ ਹਉਮੈ ਦੇ ਵਿੱਚ ਫਸੇ। ਜਿੱਥੇ ਵੀ ਪ੍ਰਚਾਰ ਕਰਨ ਜਾਂਦੇ ਹਾਂ, ਆਮ ਕਰਕੇ ਦੇਖਿਆ ਜਾਂਦਾ ਵਿਦੇਸ਼ਾਂ ਵਿੱਚ ਦੁਨੀਆ ਸਾਡੀ ਤੁਰੀ ਫਿਰੀ ਪ੍ਰਚਾਰਕ ਨੇ, ਤੇ ਥਾਂ ਥਾਂ ਦੇ ਉੱਤੇ ਜਿੱਥੇ ਜਾ ਕੇ ਪੁੱਛਦੇ ਨੇ ਰੋਜ਼ ਕਿਤੇ ਨਾ ਕਿਤੇ ਡੰਗ ਖੜਕਦੀ, ਰੋਜ਼ ਲੜਾਈਆਂ ਤੇ ਝਗੜੇ ਸਾਹਮਣੇ ਆ ਰਹੇ ਨੇ। ਇੱਕ ਜਾ ਰਿਹਾ ਹੈ, ਦੂਜਾ ਰੋਕ ਰਿਹਾ ਹੈ, ਤੇ ਉਹਦਾ ਕਾਰਨ ਕੀ ਹੋ ਰਿਹਾ ਹੈ? ਕੌਮ ਬਦਨਾਮ ਹੋ ਰਹੀ ਹੈ। ਵੱਡੀ ਚੁਣੌਤੀ ਹੈ ਕਿਤੇ ਇਹ ਗੱਲ ਸੱਚ ਨਾ ਸਾਡੇ ਵਾਸਤੇ ਸਾਬਤ ਹੋ ਜਾਵੇ ਕਿ ਇਹ ਤਾਂ ਭਾਈ ਲੜਦੇ ਹੀ ਭਿੜਦੇ ਰਹਿੰਦੇ ਨੇ। ਮੇਰੇ ਇੱਕ ਸਾਥੀ ਨੇ ਅੱਜ ਤੋਂ ਕੋਈ 10 ਸਾਲ ਪਹਿਲਾਂ ਸੁਣਾਇਆ, ਕਹਿੰਦੇ ਇੱਕ ਵਾਰ ਮੈਨੂੰ ਗੋਰਾ, ਹੁਣ ਤੇ ਰੋਜ਼ ਹੀ ਨਿੱਤੀ ਝਗੜੇ ਪੈਂਦੇ ਨੇ, ਪਹਿਲਾਂ ਬੜੇ ਘੱਟ ਸਨ, ਕਹਿੰਦੇ ਇੱਕ ਵਾਰ ਮੈਨੂੰ ਗੋਰਾ ਇੱਕ ਪੁੱਛਦਾ ਹੈ ਕਿ ਮਿਸਟਰ ਸਿੰਘ ਬੜੇ ਪਿਆਰ ਦੇ ਨਾਲ ਪਹਿਲੇ ਬੈਠੇ ਰਹਿੰਦੇ ਨੇ, ਅੱਖਾਂ ਬੰਦ ਕਰਦੇ ਨੇ, ਝੂਮਦੇ ਨੇ, ਕੋਈ ਗਾ ਰਿਹਾ ਹੁੰਦਾ ਬਾਕੀ ਨਾਲ ਗਾਉਂਦੇ ਨੇ। ਕਹਿੰਦਾ ਮੈਨੂੰ ਨਹੀਂ ਸਮਝ ਆਉਂਦੀ, ਜਿਵੇਂ ਹੀ ਤੁਹਾਡੀ ਸਵੀਟ ਡਿਸ਼ ਵਰਤਦੀ ਹੈ ਤੇ ਕਿਤੇ ਕਿਤੇ ਸਵੀਟ ਡਿਸ਼ ਤੋਂ ਬਾਅਦ ਤੁਸੀਂ ਲੜਨਾ ਸ਼ੁਰੂ ਹੋ ਜਾਂਦੇ ਹੋ, ਜੋ ਹੈ ਲੜਾਈਆਂ ਝਗੜੇ ਸ਼ੁਰੂ ਹੋ ਜਾਂਦੇ। ਮੇਰੇ ਕਹਿਣ ਤੋਂ ਭਾਵ ਕਿ ਧਾਰਮਿਕ ਤੌਰ ਦੇ ਉੱਤੇ ਸਾਨੂੰ ਵੱਡੀਆਂ ਚੁਣੌਤੀਆਂ ਨੇ ਕਿ ਸਾਡਾ ਪ੍ਰਚਾਰਕ ਪੰਥ ਪ੍ਰਸਤ ਹੋਣਾ ਚਾਹੀਦਾ, ਉਹਨੂੰ ਪੰਥਕ ਏਕਤਾ ਦਾ ਦਰਦ ਹੋਣਾ ਚਾਹੀਦਾ ਹੈ, ਉਹਦੇ ਵਿੱਚ ਈਗੋ ਤੇ ਹੰਕਾਰ ਨਹੀਂ ਹੋਣਾ ਚਾਹੀਦਾ। ਸਾਡੇ ਧਾਰਮਿਕ ਸਥਾਨ ਜੋ ਨੇ ਉਹ ਰਾਜਨੀਤੀ ਤੋਂ ਵਿਹਲੇ ਹੋਣੇ ਚਾਹੀਦੇ ਨੇ, ਰਾਜਨੀਤਿਕਾਂ ਦਾ ਉਹਨਾਂ ਦੇ ਉੱਤੇ ਕਬਜ਼ਾ ਨਹੀਂ ਹੋਣਾ ਚਾਹੀਦਾ। ਧਾਰਮਿਕ ਸਥਾਨਾਂ 'ਚੋਂ ਧਰਮ ਦੀ ਗੱਲ ਹੋਣੀ ਚਾਹੀਦੀ ਹੈ, ਤੇ ਫਿਰ ਸਾਡਾ ਆਪਣਾ ਸ਼ਖਸੀ ਜੀਵਨ ਧਾਰਮਿਕ ਹੋਣਾ ਚਾਹੀਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜਨਾ, ਸਾਨੂੰ ਮਾਤਾ ਪਿਤਾ ਉਹ ਚਾਹੀਦੇ ਨੇ ਜਿਹੜੇ ਬੱਚਿਆਂ ਨੂੰ ਧਰਮ ਵਾਲੇ ਪਾਸੇ ਲਾ ਸਕਣ। ਉਸ ਤੋਂ ਬਾਅਦ ਸਾਡੇ ਕੋਲ ਰਾਜਨੀਤਿਕ ਚੁਣੌਤੀਆਂ ਆ ਜਾਂਦੀਆਂ ਨੇ। ਗੁਰੂ ਪਿਆਰ ਵਾਲਿਓ, ਰਾਜਨੀਤਿਕ ਪੰਥ ਤੋਂ ਪੱਖ ਤੋਂ ਅਸੀਂ ਇੱਕ ਘੱਟ ਗਿਣਤੀ ਕੌਮ ਹਾਂ। ਇਹ ਜੋ ਡੈਮੋਕ੍ਰੈਟਿਕ ਸੈਟਅਪ ਹੈ, ਇਹ ਸੈਟਅਪ ਸਾਡੇ ਵਾਸਤੇ ਫਿੱਟ ਨਹੀਂ ਬੈਠ ਰਿਹਾ। ਕਾਰਨ ਕੀ ਹੈ? ਇੱਥੇ ਸਿਰਾਂ ਦੀ ਗਿਣਤੀ ਹੁੰਦੀ ਹੈ, ਇੱਥੇ ਖੂਬੀਆਂ ਨੂੰ ਨਹੀਂ ਵੇਖਿਆ ਜਾਂਦਾ। ਤੇ ਕਿਸੇ ਵਿਦਵਾਨ ਨੇ ਬੜਾ ਸੁੰਦਰ ਕਿਹਾ ਹੈ ਕਿ ਜਦੋਂ ਵੀ ਡੈਮੋਕ੍ਰੇਸੀ ਦੇ ਵਿੱਚ ਕੋਈ ਇੱਕ ਫਿਰਕਾ, ਇੱਕ ਕੌਮ, ਇੱਕ ਇਲਾਕੇ ਦੇ ਲੋਕੀ ਜੇ ਕਿਤੇ 30 ਤੋਂ 35% ਤੋਂ ਵੱਧ ਜਾਣ, ਉਹ ਕਦੀ ਵੀ ਡੈਮੋਕ੍ਰੈਟਿਕ ਸੈਟਅਪ ਨਹੀਂ ਰਹਿੰਦਾ, ਉਹ ਡਿਕਟੇਟਰਸ਼ਿਪ ਹੋ ਜਾਂਦੀ ਹੈ। ਅੱਜ ਬਿਲਕੁਲ ਉਹੀ ਗੱਲ ਸਾਡੇ ਨਾਲ ਹੋ ਰਹੀ ਹੈ। ਇੱਕ ਤਾਂ ਅਸੀਂ ਘੱਟ ਗਿਣਤੀ ਦੇ ਅੰਦਰ ਹਾਂ, ਦੂਜਾ ਸੋ ਜੋ ਸਾਡੇ ਰਾਜਨੀਤਿਕ ਆਗੂ ਨੇ, ਸਾਡਾ ਅੱਜ ਮਜ਼ਾਕ ਉਡਾਇਆ ਜਾ ਰਿਹਾ ਹੈ ਕਿ ਸਿੱਖ ਕੌਮ ਹੀ ਦੁਨੀਆ ਦੀ ਇੱਕ ਘੱਟ ਗਿਣਤੀ ਕੌਮ ਹੈ, ਲੇਕਿਨ ਸਿੱਖ ਕੌਮ ਹੀ ਦੁਨੀਆ ਦੀ ਇੱਕ ਐਸੀ ਕੌਮ ਹੈ ਜਿਸ ਕੌਮ ਦੇ ਵਿੱਚ ਦੁਨੀਆ ਦੇ ਸਭ ਤੋਂ ਵੱਧ ਇਸੇ ਕੌਮ ਦੇ ਕੋਲ ਆਗੂ ਹੈ। ਸਾਡਾ ਹਰ ਦੂਜਾ ਵਿਅਕਤੀ ਆਗੂ ਹੈ, ਲੇਕਿਨ ਕਾਮਨ ਮਿਨੀਮਮ ਪ੍ਰੋਗਰਾਮ ਕੋਈ ਨਹੀਂ। ਅਸੀਂ ਦੇਖਦੇ ਹਾਂ 49 ਪੋਸਟ ਸੀਟਸ, 49 ਪਾਰਲੀਮੈਂਟ ਦੀਆਂ ਸੀਟਾਂ ਜੋ ਨੇ ਉਹ ਸਿੱਖ ਵੋਟਾਂ ਦੇ ਨਾਲ ਡਿਸਾਈਡ ਹੁੰਦੀਆਂ ਨੇ। ਪਰ ਕਾਰਨ ਕੀ ਹੈ? ਵੰਡੇ ਪਏ ਹਾਂ। ਵੰਡੇ ਹੋਣ ਦੇ ਕਾਰਨ ਅਸੀਂ 49 ਲੋਕਾਂ ਦੇ ਵਿੱਚੋਂ 10-15 ਲੈ ਦੇ ਕੇ 30 ਤੱਕ ਆਪਣੇ ਨੁਮਾਇੰਦੇ ਭੇਜ ਸਕਦੇ ਹਾਂ, 30-32 ਤੱਕ, ਲੇਕਿਨ ਅਸੀਂ ਨਹੀਂ ਭੇਜ ਸਕਦੇ। ਕਾਰਨ ਇਹ ਹੈ, ਸਾਡੇ ਵਿੱਚ ਵੰਡ ਹੈ, ਸਪਸ਼ਟ ਸਾਡਾ ਕੋਈ ਨਿਸ਼ਾਨਾ ਨਹੀਂ। ਅਤੇ ਸਾਡੇ ਰਾਜਨੀਤਿਕ ਆਗੂ, ਕੋਈ ਸਮਾਂ ਸੀ ਕਿ ਸਾਡਾ ਰਾਜਨੀਤਿਕ ਇਤਨਾ ਮਜ਼ਬੂਤ ਸੀ ਕਿ ਸਮੇਂ ਦੇ ਜ਼ਾਲਮ ਜੋ ਸਨ ਉਹ ਸੁਨੇ ਭੇਜਦੇ ਸਨ ਸੁਲਾਹ ਕਰਨ ਵਾਸਤੇ। ਪਰ ਅੱਜ ਸਾਡੇ ਨਿੱਜੀ ਹਿੱਤਾਂ ਨੂੰ ਸਾਹਮਣੇ ਰੱਖ ਕੇ, ਆਪਣੇ ਪਾਰਟੀ ਹਿੱਤਾਂ ਨੂੰ ਸਾਹਮਣੇ ਰੱਖ ਕੇ, ਪੰਥ ਅਵਲ ਦੀ ਭਾਵਨਾ ਨੂੰ ਮਿਟਾ ਕੇ, ਆਪਣੇ ਆਪ ਨੂੰ ਸਾਹਮਣੇ ਰੱਖ ਕੇ ਇਹੋ ਜਿਹੇ ਜੋ ਆਗੂ ਸਾਡੇ ਕੋਲ ਆ ਗਏ, ਜਿਹੜੇ ਜੋ ਨੇ ਉਹਨਾਂ ਦਾ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਨਹੀਂ, ਪੰਥ ਪ੍ਰਸਤੀ ਕੋਈ ਨਹੀਂ ਉਹਨਾਂ ਦੇ ਅੰਦਰ। ਪੰਥ ਦਾ ਜੋ ਨੁਕਸਾਨ ਹੁੰਦਾ ਰਹੇ, ਉਹਨਾਂ ਨੂੰ ਕੇਵਲ ਆਪਣੀ ਕੁਰਸੀ ਚਾਹੀਦੀ ਹੈ। ਲੇਕਿਨ ਇਹੋ ਜਿਹੇ ਹਾਲਾਤਾਂ ਦੇ ਅੰਦਰ ਸਾਡਾ ਸਰਵਾਈਵਲ ਜੋ ਹੈ ਉਹ ਕਿਵੇਂ ਹੋਵੇਗਾ? ਦੇਖਣ ਵਾਲੀ ਗੱਲ ਹੈ ਕਿ ਅਸੀਂ ਪਹਿਲਾਂ ਤੋਂ ਹੀ ਘੱਟ ਗਿਣਤੀ ਵਿੱਚ ਹਾਂ, ਕਿ ਰਾਜਨੀਤਿਕ ਤੌਰ ਦੇ ਉੱਤੇ ਅਸੀਂ ਕਮਜ਼ੋਰ ਹਾਂ। ਕੋਈ ਸਮਾਂ ਸੀ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸਾਂ, ਜੰਗਲਾਂ 'ਚ ਰਹਿੰਦੇ ਸਾਂ, ਸਾਨੂੰ ਖਾਣ ਨੂੰ ਚੰਗਾ ਨਹੀਂ ਸੀ, ਸਾਡੇ ਰੋਜ਼ ਬੱਚਿਆਂ ਨੂੰ ਕਤਲ ਕੀਤਾ ਜਾ ਰਿਹਾ ਸੀ। ਲੇਕਿਨ ਉਸ ਵੇਲੇ ਵੀ ਸਮੇਂ ਦੇ ਵੱਡੇ ਵੱਡੇ ਹਾਕਮ ਜੋ ਸਨ ਉਹ ਸਾਡੇ ਕੋਲ ਥਰ-ਥਰ ਕੰਬਦੇ ਸਨ। ਉਹਨਾਂ ਨੂੰ ਡਰ ਤੇ ਭੈ ਸੀ ਸਾਡੇ ਆਗੂਆਂ ਦਾ, ਕੌਮ ਦਾ, ਪੰਥ ਦਾ। ਪਰ ਅਜੋਕੇ ਸਮੇਂ ਦੇ ਅੰਦਰ ਕੀ ਗੱਲ ਹੈ ਕਿ ਸਿੱਖ ਦੀ ਕਿਸੇ ਗੱਲ ਨੂੰ ਕੋਈ ਸੁਣਨ ਵਾਸਤੇ ਹੀ ਤਿਆਰ ਨਹੀਂ। ਅੱਜ ਰੋਜ਼ ਦੇਸ਼ ਦੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਮਸਲਾ ਰਾਜਨੀਤਿਕ ਤੌਰ ਦੇ ਉੱਤੇ ਸਾਡੇ ਕੋਲ ਆ ਰਿਹਾ। ਕਾਰਨ ਕਿ ਰਾਜਨੀਤਿਕ ਆਗੂ ਜੋ ਨੇ ਉਹ ਪੱਕੇ ਨਹੀਂ,
ਉਹ ਸੱਚੇ ਨਹੀਂ, ਉਹਨਾਂ ਵਿੱਚ ਪੰਥ ਪ੍ਰਸਤੀ ਨਹੀਂ, ਅਤੇ ਉਹ ਕੌਮ ਜਿਨ੍ਹਾਂ ਦਾ ਬਾਬਾ ਰਾਜੇ ਛੇ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ ਸਾਹਮਣੇ ਖੜੋ ਕੇ ਕਹਿੰਦਾ ਸੀ ਕਿ ਭਈ ਬਾਬਰ ਤੂੰ ਜਾਬਰ ਹੈ, ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗਿਆ ਦਾਨ ਵੇ ਲਾਲੋ। ਉਸ ਕੌਮ ਦੇ ਆਗੂ ਜਰਵਾਨੀਆਂ ਦੇ ਨਾਲ ਦੋਸਤੀਆਂ ਪਾ ਕੇ ਬੈਠੇ ਨੇ, ਨਾ ਤਾਂ ਆਪਣੀ ਜਵਾਨੀ ਨੂੰ ਮਰਦਿਆਂ ਬਚਾ ਸਕੇ, ਨਾ ਆਪਣੀ ਜਵਾਨੀ ਨੂੰ ਜੇਲ੍ਹਾਂ ਚੋਂ ਕਢਾ ਸਕੇ, ਅਤੇ ਫਿਰ ਉਸ ਤੋਂ ਵੀ ਵੱਧ ਕੇ ਜੋ ਵੱਡਾ ਨੁਕਸਾਨ ਸ਼ੁਰੂ ਹੋ ਗਿਆ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਸਾਡੇ ਰਾਜਨੀਤਿਕ ਆਗੂ ਨੂੰ ਕੋਈ ਕੁਝ ਨਹੀਂ ਲੈਣਾ, ਕੌਮ ਦੀ ਜੋ ਮਰਜ਼ੀ ਹਾਲਤ ਹੋ ਜਾਵੇ ਉਹ ਤਾਂ ਕੇਵਲ ਆਪਣੀ ਕੁਰਸੀ ਨੂੰ ਦਿਖ ਰਿਹਾ ਹੈ। ਦਰਬਾਰ ਸਾਹਿਬ ਤੋਂ ਆ ਕੇ ਲੱਖਾਂ ਦੀਆਂ ਸ਼ਹਾਦਤਾਂ ਕਰਵਾ ਕੇ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਜਵਾਨੀ ਨੂੰ ਖਤਮ ਕਰਵਾ ਕੇ, ਖੂਨ ਦਾ ਚੱਪਾ ਚੱਪਾ ਜੋ ਸੀ ਉਹ ਰੰਗਿਆ ਪਿਆ ਸੀ, ਕੁਝ ਵੀ ਹੱਥ ਨਹੀਂ ਆਇਆ। ਲੇਕਿਨ ਕੋਈ ਵੀ ਸਾਡਾ ਰਾਜਨੀਤਿਕ ਆਗੂ ਇਸ ਵਕਤ ਤੱਕ ਵੀ ਪੰਥ ਪ੍ਰਸਤੀ ਦੀ ਗੱਲ ਕਰਨ ਨੂੰ ਤਿਆਰ ਨਹੀਂ। ਆਪਣੇ ਆਪਣੇ ਧੜਿਆਂ ਦੇ ਅੰਦਰ ਵੰਡੇ, ਅਤੇ ਇੱਥੇ ਤੱਕ ਵੰਡੇ ਕਿ ਕੁਰਬਾਨੀ ਕਰਨ ਵਾਲਿਆਂ ਸਿੰਘਾਂ ਨੂੰ ਵੀ ਅਸੀਂ ਧੜਿਆਂ ਦੇ ਅੰਦਰ ਵੰਡ ਕੇ ਰੱਖ ਦਿੱਤਾ। ਉਹਨਾਂ ਨੂੰ ਵੀ ਜੋ ਹੈ ਵੰਡਣ ਦਾ ਯਤਨ ਕੀਤਾ ਕੇਵਲ ਆਪਣੀ ਲਾਲਸਾ ਦੇ ਵਾਸਤੇ। ਪਹਿਲਾ ਸਮਾਂ ਇਹ ਸੀ ਕਿ ਭਾਵੇਂ ਸਿੱਖਾਂ ਦੇ ਅੰਦਰ ਧੜੇ ਹੁੰਦੇ ਸਨ, ਦੁਸ਼ਮਣ ਸਾਂਝਾ ਹੁੰਦਾ ਸੀ ਤੇ ਇੱਕਦਮ ਸਾਰੇ ਇਕੱਠੇ ਹੋ ਜਾਂਦੇ ਸਨ। ਅੱਜ ਦੀ ਸਾਡੀ ਰਾਜਨੀਤੀ ਨੇ ਸਾਡੇ ਵਿੱਚ ਇਤਨਾ ਵੈਰ ਵਿਰੋਧ ਪਾ ਦਿੱਤਾ ਕਿ ਕੌਮ ਦੇ ਵਾਸਤੇ ਮਾਰਾਂ ਖਾਣ ਵਾਲੇ, ਘਰ-ਕੋਟ ਲੁਟਾਉਣ ਵਾਲੇ, ਜੇਲ੍ਹਾਂ ਵਿੱਚ ਸੜਨ ਵਾਲੇ, ਉਹਨਾਂ ਦੇ ਵਿੱਚ ਵੀ ਆਪਸ ਦੇ ਵਿੱਚ ਕਦੀ ਕਿਸੇ ਨੂੰ ਇੱਕ ਧੜੇ ਨਾਲ ਜੋੜ ਕੇ, ਕਿਸੇ ਨੂੰ ਇੱਕ ਪਾਰਟੀ ਨਾਲ ਜੋੜ ਕੇ ਆਪਸ ਦੇ ਵਿੱਚ ਹੀ ਉਹਨਾਂ ਨੂੰ ਲੜਾ ਕੇ ਰੱਖ ਦਿੱਤਾ। ਗੁਰੂ ਪਿਆਰ ਵਾਲਿਓ, ਫਿਰ ਅਸੀਂ ਜਦੋਂ ਦੇਖਦੇ ਹਾਂ ਕਿ ਸਾਡਾ ਜੋ ਰਾਜਨੀਤਿਕ ਪੱਖ ਹੈ ਉਹ ਬਿਲਕੁਲ ਕਮਜ਼ੋਰ ਪੈ ਚੁੱਕਿਆ ਹੈ, ਤੇ ਦੂਜੇ ਪਾਸਿਓਂ ਅਸੀਂ ਪੰਜਾਬ ਦੀ ਜੋ ਧਰਤੀ ਹੈ, ਭਾਵੇਂ ਮੈਂ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹਾਂ, ਲੇਕਿਨ ਸਿੱਖੀ ਦਾ ਧੁਰਾ ਪੰਜਾਬ ਜੇ ਕਿਤੇ ਸਾਡਾ ਹੈੱਡਕੁਆਟਰ ਉਹ ਸੇਫ ਨਹੀਂ ਤਾਂ ਅਸੀਂ ਕਿਸੇ ਵੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਅਸੀਂ ਕਿਤੇ ਵੀ ਰਹਿਣ ਵਾਲੇ ਜੋ ਹਾਂ ਉਹ ਸਿੱਖੀ ਵਿੱਚ ਰਹਿ ਸਕਾਂਗੇ ਜਾਂ ਅਸੀਂ ਸੇਫ ਹੋ ਸਕਾਂਗੇ। ਪੰਥ ਤੋਂ ਅੱਜ ਆਪਣੀ ਆਪਣੀ ਪਾਰਟੀ ਦੇ ਨਾਲ ਚਲਾਉਣ ਵਾਲਿਆਂ ਨੇ ਪੰਥ ਦੇ ਨਾਲ ਧਰੋਹ ਕੀਤਾ ਹੈ। ਪਹਿਲਾਂ ਧਰਤੀ ਸਾਡੀ ਪਹਿਲਾਂ ਹੀ ਵੰਡੀ ਗਈ, ਦੇਸ਼ ਵੰਡਣ ਦੇ ਨਾਲ ਇੱਥੋਂ ਵੀ ਪੰਜਾਬੀ ਇਲਾਕੇ ਆਪਣੇ ਰਾਜ ਭਾਗ ਦੇ ਖੋਹ ਲਏ। ਅੱਜ ਸਾਡੇ ਜੋ ਸਰੋਤ ਨੇ ਕੁਦਰਤੀ, ਉਹਨਾਂ ਦੇ ਉੱਤੇ ਡਾਕੇ ਪੈ ਰਹੇ ਨੇ, ਪਰ ਸਾਡੇ ਕਿਸੇ ਰਾਜਨੀਤਿਕ ਆਗੂ ਦੇ ਅੰਦਰ ਇਹ ਖਿਆਲ ਹੀ ਨਹੀਂ ਕਿ ਭਈ ਮੈਂ ਇਸ ਆਪਣੇ ਸਰੋਤ ਨੂੰ ਬਚਾ ਲਾਂ। ਕੱਲ ਮੇਰੇ ਪੰਜਾਬ ਦਾ ਕੀ ਹੋਵੇਗਾ, ਮੇਰੇ ਕਿਸਾਨ ਦਾ ਕੀ ਹੋਵੇਗਾ। ਸਿੱਖ ਕਿਸਾਨ ਜੇ ਕਿਤੇ ਕੱਲ ਲੁੱਟਿਆ ਗਿਆ, ਇਹਦੀ ਜੇ ਕਿਤੇ ਖੇਤੀ ਨਾ ਰਹੀ, ਆਰਥਿਕ ਪੱਖੋਂ ਕਮਜ਼ੋਰ ਹੋ ਗਿਆ ਤੇ ਕੁਦਰਤੀ ਤੌਰ ਦੇ ਉੱਤੇ ਇਹ ਮਰ ਮਿਟ ਜਾਵੇਗਾ। ਉਸ ਪਾਸੇ ਕਿਸੇ ਦਾ ਧਿਆਨ ਨਹੀਂ। ਫਿਰ ਜਦੋਂ ਅਸੀਂ ਦੇਖਦੇ ਹਾਂ ਸੋੜੇ ਨਿੱਜੀ ਹਿੱਤਾਂ ਦੇ ਉੱਤੇ ਇਹ ਪੰਥਕ ਹਿੱਤਾਂ ਨੂੰ ਵਾਰ ਰਹੇ ਨੇ। ਆਈਸੀ ਕਪੂਰ ਸਿੰਘ ਜੀ ਨੂੰ ਯਾਦ ਆਉਂਦੇ ਨੇ, ICS ਕਪੂਰ ਸਿੰਘ ਜੀ। ਗੁਰੂ ਪਿਆਰ ਵਾਲਿਓ, ਉਹ ਇਲੈਕਸ਼ਨ ਲੜ ਰਹੇ ਸਨ, ਨਿਰੰਕਾਰੀਆਂ ਦੇ ਖਿਲਾਫ ਹਾਲਾਂ ਹੁਕਮਨਾਮਾ ਲਾਗੂ ਨਹੀਂ ਸੀ ਹੋਇਆ। ਠੇਕੇਦਾਰ ਸੁਰਜਨ ਸਿੰਘ ਉਹਨਾਂ ਨੂੰ ਨਿਰੰਕਾਰੀਆਂ ਦੇ ਇੱਕ ਇਕੱਠ ਦੇ ਵਿੱਚ ਆਪਣੇ ਕੋਈ ਸਾਥੀਆਂ ਦੇ ਨਾਲ ਲੈ ਕੇ ਗਏ। ਜਦੋਂ ਜਾ ਕੇ ਬੈਠੇ, ਪਹਿਲਾਂ ਤਾਂ ਉਹ ਇਨਕਾਰ ਹੋ ਗਏ। ਉਹ ਕਹਿਣ ਲੱਗੇ ਨਹੀਂ, ਉੱਥੋਂ ਵੋਟਾਂ ਲੱਭ ਸਕਦੀਆਂ ਨੇ, ਅਸੀਂ ਚੱਲਣਾ ਹੈ। ਹਾਲਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਨਹੀਂ ਸੀ ਹੋਇਆ ਨਿਰੰਕਾਰੀਆਂ ਦੇ ਖਿਲਾਫ। ਜਦੋਂ ਜਾ ਕੇ ਪਹੁੰਚੇ, ਨਵਾਬ ਕਪੂਰ ਸਿੰਘ ਜੀ ਉਸ ਮਜਲਿਸ ਦੇ ਵਿੱਚ, ਉਸ ਸਭਾ ਦੇ ਵਿੱਚ ਬੈਠੇ ਨੇ, ਤੇ ਜਦੋਂ ਨਿਰੰਕਾਰੀਆਂ ਦੇ ਬੰਦੇ ਨੇ ਉੱਠ ਕੇ ਸ਼ਬਦ ਗੁਰੂ ਦੇ ਵਿਰੁੱਧ ਬੋਲਣਾ ਸ਼ੁਰੂ ਕੀਤਾ, ਦੇਹਧਾਰੀ ਗੁਰੂ ਦੀ ਪ੍ਰੋੜਤਾ ਕਰਨੀ ਸ਼ੁਰੂ ਕੀਤੀ, ਤਾਂ ਉਸੇ ਵੇਲੇ ICS ਕਪੂਰ ਸਿੰਘ ਜੀ ਉੱਠ ਖੜੇ ਹੋ ਗਏ ਤੇ ਉਸ ਨੂੰ ਵੰਗਾਰਨ ਲੱਗੇ, ਉਹਨੂੰ ਰੋਕਣ ਲੱਗੇ। ਭਰੀ ਹੋਈ ਮਜਲਿਸ ਨਿਰੰਕਾਰੀਆਂ ਦੀ ਜਦੋਂ ਰੋਕਣ ਲੱਗੇ ਤਾਂ ਠੇਕੇਦਾਰ ਸੁਰਜਨ ਸਿੰਘ ਜੀ ਨੇ ਉਹਨਾਂ ਦਾ ਗੋਡਾ ਪਕੜ ਲਿਆ, ਇਸ਼ਾਰਾ ਕੀਤਾ ਕਿ ਤੁਸੀਂ ਬੋਲੋ ਨਾ, ਤੇ ਬੜੇ ਬੱਬਰ ਸ਼ੇਰ ਦੀ ਗਰਜ ਦੇ ਨਾਲ ਬੋਲੇ, ਓਏ ਠੇਕੇਦਾਰਾ, ਮੇਰੇ ਗੁਰੂ ਦੇ ਵਿਰੁੱਧ ਬੋਲਿਆ ਜਾ ਰਿਹਾ ਹੈ, ਮੈਂ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕਰ ਸਕਦਾ। ਤੇ ਫਿਰ ਉਸ ਬੁਲਾਰੇ ਨੂੰ ਬੋਲਣਾ ਬੰਦ ਕਰਵਾ ਦਿੱਤਾ। ਠੇਕੇਦਾਰ ਸੁਰਜਨ ਸਿੰਘ ਦੇ ਸਾਥੀਆਂ ਨੇ ਕਿਹਾ ਕਿ ICS ਕਪੂਰ ਸਿੰਘ ਜੀ ਨੂੰ ਕਿ ਸਰਦਾਰ ਜੀ, ਤੁਹਾਨੂੰ ਵੋਟਾਂ ਦਾ ਨੁਕਸਾਨ ਹੋ ਸਕਦਾ ਹੈ। ਕਹਿਣ ਲੱਗੇ ਮੇਰੀ ਜ਼ਬਾਨਤ ਜ਼ਬਤ ਹੋ ਜਾਵੇ, ਮੇਰੇ ਗੁਰੂ ਦੇ ਵਿਰੁੱਧ ਕੋਈ ਬੋਲ ਲਵੇ। ਇਹ ਕਿਰਦਾਰ ਸੀ ਉਸ ਵੇਲੇ ਸਾਡੀ ਰਾਜਨੀਤੀ ਦਾ। ਪਰ ਅੱਜ ਸਾਡੀ ਆਪਣੀ ਪੰਥਕ ਸਰਕਾਰ ਕੋ ਹੁੰਦੀ, ਆਪਣੀ ਸਰਕਾਰ ਦੇ ਹੁੰਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਗਲੀਆਂ ਦੇ ਵਿੱਚ ਰੁਲ ਗਏ ਨੇ। ਪ੍ਰੋਟੈਸਟ ਕਰਨ ਵਾਲਿਆਂ ਦੇ ਉੱਤੇ ਹੀ ਇਲਜ਼ਾਮ ਲਾ ਦਿੱਤੇ, ਪ੍ਰੋਟੈਸਟ ਕਰਨ ਵਾਲਿਆਂ ਨੂੰ ਹੀ ਗੋਲੀਆਂ ਨਾਲ ਮਰਵਾ ਦਿੱਤਾ। ਕਾਰਨ ਕਿਸੇ ਡੇਰਾਵਾਦੀ ਨੂੰ ਖੁਸ਼ ਕਰਨਾ ਹੈ, ਕਿਸੇ ਡੇਰੇਦਾਰ ਨੂੰ ਖੁਸ਼ ਕਰਨਾ ਹੈ। ਅਤੇ ਅੱਜ ਸਾਡੀ ਜੋ ਹਾਲਤ ਹੈ ਉਹ ਇਹ ਹੋ ਗਈ ਕਿ ਅੱਜ ਸਾਡਾ ਰਾਜਨੀਤਿਕ ਉਹ ਆਪਣੇ ਗੁਰੂ ਦੀ ਬੇਅਦਬੀ ਕਰਵਾ ਕੇ ਵੀ ਆਪਣੇ ਤੌਰ ਦੇ ਉੱਤੇ ਇਹ ਮਹਿਸੂਸ ਕਰਦਾ ਹੈ ਕਿ ਮੇਰੀ ਕੁਰਸੀ ਬਚੀ ਰਵੇ, ਭਾਵੇਂ ਮੇਰਾ ਗੁਰੂ ਜੋ ਹੈ, ਸ਼ਬਦ ਗੁਰੂ ਜੋ ਹੈ, ਉਹ ਭਾਵੇਂ ਗਲੀਆਂ ਦੇ ਵਿੱਚ ਰੁਲਦਾ ਰਵੇ, ਮੈਂ ਮਰਾਂ ਤੇ ਪੰਥ ਜ਼ਿੰਦਾ ਰਵੇ ਦੀ ਭਾਵਨਾ ਜੋ ਹੈ ਉਹ ਮੁੱਕਦੀ ਜਾ ਰਹੀ ਹੈ। ਮੇਰਾ ਪਰਿਵਾਰ, ਮੇਰੀ ਪਾਰਟੀ ਜੀਵੇ ਦੀ ਗੱਲ ਹੈ, ਪੰਥ ਦੀ ਕੋਈ ਫਿਕਰ ਨਹੀਂ।
ਅਖੌਤੀ ਪੰਥਕ ਲੀਡਰਸ਼ਿਪ ਨੂੰ ਦੇਖ ਕੇ ਨੌਜਵਾਨਾਂ ਤੇ ਜੋ ਹੈ ਇਸ ਉਹਨਾਂ ਦੇ ਉੱਤੇ ਬਾਰ-ਬਾਰ ਇਹ ਅਸਰ ਪੈਂਦਾ ਹੈ ਕਿ ਜੇ ਕਦੇ ਜਿਸ ਕੌਮ ਦੇ ਆਗੂ ਇਹੋ ਜਿਹੇ ਨੇ, ਰਾਜਨੀਤਿਕ ਆਗੂ ਇਹੋ ਜਿਹੇ ਨੇ, ਉਸ ਕੌਮ ਦੇ ਵਿੱਚ ਅਸੀਂ ਲੈਣਾ ਕੀ ਹੈ। ਨੌਜਵਾਨ ਅੱਜ ਸਿਆਣਾ ਹੋ ਕੇ ਆਸਤਾ ਕਰਕੇ ਇਹੋ ਜਿਹੇ ਸਵਾਲ ਖੜੇ ਕਰ ਰਿਹਾ ਹੈ, ਸਿੱਖੀ ਤੋਂ ਦੂਰ ਜਾ ਰਿਹਾ ਹੈ। ਰਾਜਨੀਤਿਕ ਜੋ ਨੇ ਉਹ ਗੁਰੂ ਘਰਾਂ ਦੇ ਉੱਤੇ ਕਬਜ਼ੇ ਕਰ ਰਹੇ ਨੇ ਤੇ ਚੰਗਾ ਵਿਅਕਤੀ ਗੁਰੂ ਘਰਾਂ ਤੋਂ ਦੂਰ ਜਾ ਰਿਹਾ। ਫਿਰ ਜਦੋਂ ਅਸੀਂ ਸਮਾਜਿਕ ਚੁਣੌਤੀਆਂ ਨੂੰ ਦੇਖਦੇ ਹਾਂ, ਸਮਾਜ ਦੇ ਉੱਤੇ ਹਮੇਸ਼ਾ ਧਾਰਮਿਕ ਪਕੜ ਜੋ ਹੈ ਉਹ ਕਮਜ਼ੋਰ ਹੋ ਰਹੀ ਹੈ। ਜਦੋਂ ਵੀ ਸਮਾਜ ਦੇ ਉੱਤੇ ਧਾਰਮਿਕ ਪਕੜ ਮਜ਼ਬੂਤ ਰਹਿੰਦੀ ਹੈ, ਸਮਾਜ ਹਮੇਸ਼ਾ ਮਜ਼ਬੂਤ ਰਹਿੰਦਾ ਹੈ। ਅੱਜ ਸਮਾਜਿਕ ਵਿਤਕਰੇ ਤੇ ਬੁਰਾਈਆਂ ਜ਼ੋਰ ਪਕੜ ਰਹੀਆਂ ਹਨ, ਜਿਸ ਦਾ ਪੰਥ ਵਿਰੋਧੀ ਤਾਕਤਾਂ ਜੋ ਨੇ ਉਹ ਫਾਇਦਾ ਚੁੱਕ ਰਹੀਆਂ ਹਨ। ਪੰਥ ਨਾਲੋਂ ਕੁਝ ਫਿਰਕਿਆਂ ਨੂੰ ਤੋੜਿਆ ਜਾ ਰਿਹਾ ਹੈ। ਸਮਾਜਿਕ ਨਾ ਬਰਾਬਰਤਾ ਦਾ ਬਹਾਨਾ ਲਗਾ ਕੇ ਸਿੱਖਾਂ ਨੂੰ ਵਰਗਲਾਇਆ ਜਾ ਰਿਹਾ ਹੈ। ਅੱਜ ਅਸੀਂ ਦੇਖਦੇ ਹਾਂ ਪੰਥ ਦਾ ਸੁਨਹਿਰੀ ਅਸੂਲ ਸੀ ਕਿ ਇਸ ਵਿੱਚ ਜਾਤ, ਮਜ਼ਹਬ, ਰੰਗ, ਨਸਲ, ਲਿੰਗ ਦਾ ਕੋਈ ਭੇਦਭਾਵ ਨਹੀਂ ਸੀ, ਸਾਰਿਆਂ ਨੂੰ ਸਾਂਝੀਵਾਲਤਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਭਾਈ ਲਾਲੋ ਨੂੰ ਭਾਈ ਲਾਲੋ ਜੀ ਕਰਕੇ ਪੁਕਾਰਿਆ ਸੀ। ਉਹਨਾਂ ਨੇ ਤਾਂ ਮਰਦਾਨੇ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖਿਆ ਸੀ। ਮੇਰੇ ਸਤਿਗੁਰੂ ਪਾਤਸ਼ਾਹ ਨੇ ਤੇ ਆਵਾਜ਼ ਦਿੱਤੀ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਇਹ ਸਿਧਾਂਤ ਸਾਨੂੰ ਦਿੱਤਾ ਸੀ। ਭਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਥਾਂ ਦੇ ਕੇ ਭਗਤ ਜੀ ਕਰਕੇ ਸੰਬੋਧਨ ਕੀਤਾ। ਆਪਣੇ ਨਾਲ ਜੋ ਸੀ ਸਤਿਗੁਰੂ ਪਾਤਸ਼ਾਹ ਨੇ ਨਾਨਕ ਨੀਚ ਨਾਨਕ ਦਾਸ ਲਾਇਆ, ਲੇਕਿਨ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਫਰੀਦ ਜੀਓ ਕੀ, ਇਹ ਕਰਕੇ ਸਾਨੂੰ ਸਮਝਾਇਆ। ਲੇਕਿਨ ਅੱਜ ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਆ ਗਈ। ਉਹ ਚੁਣੌਤੀ ਕੀ ਹੈ ਕਿ ਅੱਜ ਹਰ ਰੋਜ਼ ਇੱਕ ਨਵਾਂ ਬਖੇੜਾ ਖੜਾ ਹੋ ਰਿਹਾ। ਕਿਤੇ ਜ਼ਾਤ ਦੇ ਆਧਾਰ ਦੇ ਉੱਤੇ ਵਿਤਕਰਾ ਹੈ, ਕਿਤੇ ਲਿੰਗ ਦੇ ਆਧਾਰ ਦੇ ਉੱਤੇ ਵਿਤਕਰਾ ਹੈ, ਕਿਤੇ ਜੋ ਹੈ ਇਲਾਕੇ ਦੇ ਆਧਾਰ ਦੇ ਉੱਤੇ ਵਿਤਕਰਾ ਹੈ। ਸਤਿਗੁਰੂ ਨੇ ਤਾਂ ਸਾਨੂੰ ਕਿਹਾ ਸੀ, ਮਾਨਸ ਕੀ ਜ਼ਾਤ ਸਭ ਇੱਕ ਹੈ ਪਹਿਚਾਨੋ। ਉਹਦੇ ਵਿੱਚ ਕੋਈ ਜ਼ਾਤ ਨਹੀਂ ਸੀ, ਕੋਈ ਲਿੰਗ ਨਹੀਂ ਸੀ, ਕੋਈ ਰੰਗ ਨਹੀਂ ਸੀ, ਕੋਈ ਨਸਲ ਨਹੀਂ ਸੀ, ਕੋਈ ਫਿਰਕਾ ਨਹੀਂ ਸੀ। ਲੇਕਿਨ ਇਹ ਵਿਤਕਰਾ ਸਾਹਮਣੇ ਹੈ। ਅਤੇ ਸਾਡੇ ਵਾਸਤੇ ਅੱਜ ਹਾਲਾਤ ਨੇ ਜ਼ਾਤਾਂ ਉੱਪਰ ਬਣਾ ਲਏ ਗੁਰਦੁਆਰੇ, ਸ਼ਾਨ ਆਪਣੀ ਅਸੀਂ ਵਾਧੂ ਚਮਕਾ ਲਈ ਹੈ। ਇਹ ਰਵਦਾਸੀਆਂ ਦਾ, ਉਹ ਮਜ਼ਹਬੀਆਂ ਦਾ ਵੰਡੀ ਗੁਰਾਂ ਦੇ ਨਾਮ ਤੇ ਪਾ ਲਈ ਹੈ। ਪਿੰਡ ਵੰਡਿਆ ਪੱਤੀਆਂ ਵੱਢ ਲਈਆਂ, ਖਿੱਲੀ ਆਪਣੀ ਖੂਬ ਉਡਾ ਲਈ ਹੈ। ਲੱਗਦਾ ਅਸੀਂ ਸਿੱਖਿਆ ਗੁਰੂ ਪਾਤਸ਼ਾਹ ਦੀ ਅੱਜ ਆਪਣੇ ਮਨੋਂ ਭੁਲਾ ਲਈ। ਸਿੱਟਾ ਇਹ ਨਿਕਲਿਆ, ਸਾਡੇ ਸਾਹਮਣੇ ਵੀਰ ਸੁਰਿੰਦਰ ਸਿੰਘ ਜੀ ਨੇ ਬੜੇ ਪੁਰਜ਼ੋਰ ਸ਼ਲਾਘਾ ਤੌਰ ਦੇ ਉੱਤੇ ਬੜੇ ਚੰਗੇ ਢੰਗ ਦੇ ਨਾਲ ਇੱਕ ਵੱਡੀ ਬਿਮਾਰੀ ਜੋ ਸਾਡੇ ਨਾਲੋਂ ਸਾਡਾ ਦਲਿਤ ਭਾਈਚਾਰਾ, ਮੈਂ ਤੇ ਦਲਿਤ ਨਹੀਂ ਕਹਿਣਾ ਚਾਹੁੰਦਾ, ਲੇਕਿਨ ਜਿਨ੍ਹਾਂ ਨੂੰ ਨਾ ਹੀ ਇਹ ਦੇ ਦਿੱਤਾ ਗਿਆ, ਉਹਨਾਂ ਨੂੰ ਤੋੜਨ ਦਾ ਯਤਨ ਕੀਤਾ ਗਿਆ। ਕਾਰਨ ਕੀ ਸੀ? ਸਾਡੇ ਆਗੂਆਂ ਨੇ ਸਿਆਣਪ ਨਹੀਂ ਕੀਤੀ। ਉਹਨਾਂ ਦੇ ਸ਼ਮਸ਼ਾਨ ਘਾਟ ਵੱਖਰੇ ਕੀਤੇ ਗਏ, ਉਹਨਾਂ ਦੇ ਗੁਰਦੁਆਰੇ ਵੱਖਰੇ ਕੀਤੇ ਗਏ। ਉਹ ਸਾਂਝਾ ਗੁਰੂ ਗ੍ਰੰਥ ਸਾਹਿਬ ਜਿਹਦੇ ਅੰਦਰ ਭਗਤ ਰਵਿਦਾਸ ਬੈਠੇ ਸਨ, ਜਿਹਦੇ ਅੰਦਰ ਸੈਣ ਨਾਈ ਬੈਠਾ ਸੀ, ਜਿਹਦੇ ਅੰਦਰ ਛਿਬਾ ਬੈਠਾ ਸੀ, ਜਿਹਦੇ ਅੰਦਰ ਜੋ ਸੀ ਭਗਤ ਨਾਮਦੇਵ ਜੀ ਦੇ ਨਾਲ ਭਗਤ ਕਬੀਰ ਬੈਠੇ ਸਨ, ਜਿੱਥੇ ਕੋਈ ਵਿਤਕਰਾ ਨਹੀਂ ਸੀ, ਉਸੇ ਗੁਰੂ ਦੇ ਸਾਹਮਣੇ ਅਸੀਂ ਵਿਤਕਰਾ ਖੜਾ ਕਰਕੇ ਉਹਨਾਂ ਦੇ ਗੁਰਦੁਆਰੇ ਵੱਖ ਕੀਤੇ, ਉਹਨਾਂ ਦੇ ਸ਼ਮਸ਼ਾਨ ਘਾਟ ਵੱਖ ਕੀਤੇ। ਤੇ ਫਿਰ ਸਮੇਂ ਦੇ ਵਿਰੋਧੀ ਨੇ ਉਸਨੇ ਇਸ ਗੱਲ ਦਾ ਫਾਇਦਾ ਲੈ ਕੇ ਉਹਨਾਂ ਨੂੰ ਵਰਗਲਾ ਲਿਆ। ਅੱਜ ਇੱਕ ਵੱਡਾ ਫਿਰਕਾ ਸਾਡੇ ਨਾਲ ਟੁੱਟਦਾ ਜਾ ਰਿਹਾ ਹੈ। ਤੁਸੀਂ ਦੇਖਿਆ ਹੋਣਾ, ਜਿਸ ਕਰਕੇ ਵਿਸ਼ਾਵੀਰ ਸੁਰਿੰਦਰ ਸਿੰਘ ਜੀ ਨੂੰ ਨਿਭਾਉਣਾ ਪਿਆ ਕਿ ਉਹਨਾਂ ਨੇ ਆਪਣੀਆਂ ਅਲਾਵਾਂ ਬਣਾ ਲਈ। ਹਾਲਾਂਕਿ ਬਿਲਕੁਲ ਝੂਠ ਹੈ, ਕੋਈ ਉਹ ਬਾਣੀ ਨਹੀਂ, ਲੇਕਿਨ ਪਿੱਛੇ ਉਹਨਾਂ ਦੇ ਰਾਜਨੀਤਿਕ ਲੋਕੀ ਖੜੇ ਹੋ ਗਏ ਕਿ ਅਸੀਂ ਆਪਣਾ ਵੱਖਰਾ ਫਿਰਕਾ ਕਰਕੇ ਇਹਨਾਂ ਦੀਆਂ ਵੋਟਾਂ ਨੂੰ ਇਕੱਠੀਆਂ ਕਰ ਲਾਂਗੇ। ਕਮਜ਼ੋਰ ਕੌਣ ਹੋ ਰਿਹਾ ਹੈ? ਕਮਜ਼ੋਰ ਤੇ ਪੰਥ ਹੋ ਰਿਹਾ। ਕੋਈ ਅੰਮ੍ਰਿਤ ਛਕਾਉਣ ਵੇਲੇ ਉਹਨਾਂ ਦੇ ਨਾਲ ਵਿਤਕਰਾ ਕਰਦਾ ਸੀ, ਕੋਈ ਕਿਸੇ ਵੇਲੇ ਵਿਤਕਰਾ ਕਰ ਰਿਹਾ ਸੀ। ਸਾਡੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੀ ਇਸੇ ਕਰਕੇ ਹੋਇਆ ਸੀ ਕਿ ਜਦੋਂ ਇਹਨਾਂ ਦੇ ਨਾਲ ਵਿਤਕਰਾ ਕੀਤਾ ਗਿਆ ਤੇ ਮਹੰਤਾਂ ਦੇ ਕੋਲ ਗੁਰਦੁਆਰੇ ਆਜ਼ਾਦ ਕਰਵਾਏ ਗਏ, ਸਰਕਾਰੀ ਜੋ ਏਜੰਸੀ ਸਨ, ਸਰਕਾਰੀ ਜੋ ਕਬਜ਼ੇ ਸਨ ਉਹ ਛੁਡਵਾਏ ਗਏ। ਲੇਕਿਨ ਅੱਜ ਬਦਕਿਸਮਤੀ ਇਹ ਹੈ ਕਿ ਪੰਥ ਆਜ਼ਾਦ ਤੌਰ ਦੇ ਉੱਤੇ ਆਪਣੀ ਹਸਤੀ ਜੋ ਇਹਦੀ ਧਾਰਮਿਕ ਤੌਰ ਦੇ ਉੱਤੇ ਵਿਚਰਦਾ ਹੋਵੇ, ਇਹਦੇ ਕੋਲ ਆਪਣੀ ਪਾਰਲੀਮੈਂਟ ਹੋਵੇ, ਇਹਦੇ ਕੋਲ ਆਪਣੇ ਸਕੂਲ ਹੋਣ, ਇਹਦੇ ਕੋਲ ਆਪਣੀਆਂ ਸੰਸਥਾਵਾਂ ਹੋਣ, ਤੇ ਫਿਰ ਜੇ ਕਿਤੇ ਇਹੋ ਜਿਹਾ ਵਿਤਕਰਾ ਕੋਈ ਕਰੇ ਤੇ ਕਿਉਂ ਨਹੀਂ ਸਾਡੀ ਕੋਈ ਧਾਰਮਿਕ ਇਹੋ ਜਿਹੀ ਕੇਂਦਰੀ ਜਥੇਬੰਦੀ ਜਿਹੜੀ ਖਿੱਚ ਕਰ ਲਵੇ ਉਸ ਤੋਂ ਕਿ ਭਾਈ ਤੂੰ ਪੰਥ ਦਾ ਹਿੱਸਾ ਕਿਵੇਂ ਹੈ ਕਿ ਜੇ ਕਿਤੇ ਕਿਸੇ ਦੇ ਉੱਤੇ ਜ਼ਾਤ ਦੇ ਆਧਾਰ ਦੇ ਉੱਤੇ ਵਿਤਕਰਾ ਕਰ ਰਿਹਾ, ਤੂੰ ਪੰਥ ਨੂੰ ਕਮਜ਼ੋਰ ਕਰ ਰਿਹਾ। ਤੇ ਗੁਰੂ ਪਿਆਰ ਵਾਲਿਓ, ਅੱਜ ਅਸੀਂ ਦੇਖ ਰਹੇ ਹਾਂ ਆਰਥਿਕ ਪੱਖ ਦੇ ਉੱਤੇ ਵੀ ਸਾਡੇ ਨਾਲ ਵਿਤਕਰੇ ਨੇ। ਤੇ ਕੋਈ ਸਮਾਂ ਸੀ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਲਾਲੋ ਨੂੰ ਛਾਤੀ ਨਾਲ ਲਾ ਰਹੇ ਸਨ, ਤੇ ਜਿਹੜਾ ਗਰੀਬ ਸੀ ਲਾਲੋ ਉਹਨੂੰ ਛਾਤੀ ਨਾਲ ਲਾ ਕੇ ਭਾਗੋ ਨੂੰ ਦੁਰਕਾਰ ਰਹੇ ਸਨ। ਅੱਜ ਅਸੀਂ ਦੇਖ ਰਹੇ ਹਾਂ ਕਿ ਸਾਡੇ ਧਾਰਮਿਕ ਸਫਾਂ ਦੇ ਅੰਦਰ ਜੋ ਭਾਗੋ ਨੇ ਉਹ ਕਾਬਜ ਹੋ ਰਹੇ ਨੇ, ਉਹਨਾਂ ਨੂੰ ਸਤਿਕਾਰ ਮਿਲ ਰਿਹਾ। ਜਿਹੜੇ ਲਾਲੋ ਨੇ ਉਹਨਾਂ ਨੂੰ ਦੁਰਕਾਰਿਆ ਜਾ ਰਿਹਾ, ਲਾਲੋ ਜੋ ਨੇ ਉਹਨਾਂ ਨੂੰ ਧੱਕਿਆ ਤੇ ਬਾਹਰ ਕੱਢਿਆ ਜਾ ਰਿਹਾ ਹੈ, ਜਿਹੜੇ ਭਾਗੋ ਨੇ ਉਹਨਾਂ ਨੂੰ ਸਿਰਾਂ ਦੇ ਉੱਤੇ ਬਿਠਾਇਆ ਜਾ ਰਿਹਾ। ਤੇ ਗੁਰੂ ਪਿਆਰ ਵਾਲੇ, ਭਾਵੇਂ ਪੰਥ ਵਾਸਤੇ ਕਦੀ ਉਹਨਾਂ ਦੀ ਕੁਰਬਾਨੀ ਸੁਣੀ ਨਾ ਹੋਵੇ, ਉਹ ਇੱਕਦਮ ਆ ਕੇ ਸਿਰਾਂ ਦੇ ਉੱਤੇ ਜਦੋਂ ਬੈਠਦੇ ਨੇ, ਲਿਫਾਫਿਆਂ ਚੋਂ ਨਿਕਲਦੇ ਨੇ, ਉਸ ਵੇਲੇ ਪਤਾ ਲੱਗਦਾ ਕਿ ਭਾਈ ਇਹ ਪੰਥ ਦੀ ਅਗਵਾਈ ਕਰਨਗੇ। ਪੰਥ ਦੀ ਅਗਵਾਈ ਤਾਂ ਉਹ ਕਰਦੇ ਸਨ
जिन्हां ने सारी सारी जिंदगी पंथ वास्ते तेगां वईयां हुंदियां सन, जिन्हां ने सारी सारी जिंदगी पंथ वास्ते गालां कीतियां हुंदियां सन, पर अज तां एकदम सुख विचों कंफर्ट जोन चों उठण वाले आके पंथ की अगवाई करन नूं बह जांदे ने, ते जिहदा सिੱਟਾ ਇਹ निकल रहा है कि वो लोग समाजिक बुराइयां नूं रोक नहीं सकते। ते गुरु प्यार वालिओ, अज असीं देख रहे हैं कि बहुत वड्डा फिरका जो है सिखां दा हिस्सा जो है, 4 उस वेले 5 गुरु पातशाह ने जो सिंह उठाए सन, उस वेले 4 तां इन्हां दे विचों सन। अज वो जे किते 4 साडे नाल उठणगे, इहदा मतलब 80% पंथ की गिणती एकदम घटेगी। गुरु प्यार वालिओ, फिर देखण विच असीं देखदे हां कि वड्डी चुनौती साडे सामने एक भरून हत्या दी है। पहलां ही घट गिणती हां, माइनॉरिटी च हां, ते फिर बच्ची का जन्म ही नहीं हो रहा, बच्ची का जन्म ही नहीं हो रहा, जनसंख्या अपने आप पहला ही घट गई, गिनती विच ही नहीं आई। ते जे किते बच्चियां का जन्म हो रहा है, 1 या 2 बच्चे ने, ते फिर जिन्हां दी गिनती नहीं होगी वो बहुत संमति के सामने खड़ किवें पाउणगे? ये तो कुदरत का कानून है, फिटेस्ट विल सर्वाइव तो उही कर पावेगा जिहड़ा फिटेस्ट होवेगा। ते अज दी राजनीतिक माहौल के अंदर, अज दे डेमोक्रेटिक सैटअप के अंदर फिटेस्ट कौन है? जिहदे कोल गिनती है। ते साडी हालत ये हो गई कि असी जो है बच्चियां दे जन्म ही नहीं बच्चियां दे हो रहे। सतगुरु नानक पातशाह दा महान सिद्धांत उन्होंने चुनौती पै गई, सो क्यों मंदा आया की है, जित जमने राजा। किते उन्हां दे नाल वितकरा है, वो भी एक विषय साडे सामने कि हर गुरु घर दे अंदर कीर्तन कर सकती है, दरबार साहब दे अंदर नहीं करन दिता जाता। पिछे कोई जरूर है वो शक्ति बैठी है जिहड़ी इस गल नूं रोकण दा यत्न कर रही है, ते फिर विरोधी शक्ति वरगला रही है। कोई मेरे वर्गा प्रचारक ऐसे एक नुकते को पकड़ के फिर 5 पंथ दियां इतिहास नूं खराब करने वालियां, इतिहास दे विच मिलावट करने वालियां 5 गल्लां होर सुना दिंदा है, क्योंकि कुछ लोग ओदी इस नुकते नूं कह के समझदे ने बड़ा वाह वाह बड़ा वधिया प्रचारक होवेगा, लेकिन वो पिछे इस थोड़े जी मिठास नूं रख के विच जहर पा के देई जा रहा। पर साडी जो कौमी आगू ने, साडी जो कौमी लीडरशिप है, वो इस चीज को समझ ही नहीं सकी कि जे कदे इस कौम दे विच बहादुर मातावां ने, माता गुजरी दी कौम है, माता गुजर कौर जी दी कौम है, जे कदे इहदे विच महारानी जिंदा है, इहदे विच महारानी रंजीत कौर है, इहदे विच महारानी सदा कौर है, ते की वो मैदानी जंग दे अंदर जूझ सकती है कि वो गुरु घर दे अंदर कीर्तन नहीं कर सकती? बदकिस्मती है। ये बहुत बड़ी चुनौती है जिहदे वास्ते सोचना पवेगा, हल कढ़ना पवेगा। ते गुरु प्यार वालिओ, हालात तां इह बन गए ने, ढोल वजदे जशन मनाए जांदे, जदों जमदा कोई बरखुरदार इत्थे, धी जमदी सप है सुंघ जांदा, चढ़दा प्यो नूं खूब बुखार इत्थे, अन्ना होके पुत्र दे मोह अंदर, दिंदे जन्म तो पहला ही मारे थे बाबा, जिन्हां नूं सत्कार तूं दे गया से, हुंदा उन्हां दा अज तिरस्कार है। गुरु नानक दी धरती दे उत्ते, पंजाब दी धरती दे उत्ते, पंजाब जिउंदा गुरां दे नां उत्ते, उस धरती दे उत्ते जे कदे मर्दां दे नालों बीबियां दी शरह रेशो घट गई है अते सिख परिवारां दे अंदर घट गई है, तां इस तो वड्डी बदकिस्मती ते वड्डी चुनौती साडे वास्ते कोई नहीं हो सकती। गुरु प्यार वालिओ, ते फिर अगली गल है कि एक तां इह पक्ष हो गया साडे वास्ते साडी संख्या नूं घटाउण दा, अगला है साडे सामने नशे ने। वो कौम जिस दे गुरु ने यह गल समझाई होवे, जित पीता मत दूर होए, बरल पवै विच आए, अपना पराया ना पछानी, खसमों तक्के खाए, जित पीता खसम विसरै, दरगाह मिलै सजाए। उस गुरु की कौम, उसकी जवानी पहला तां नहरां दे कंढियां दे उत्ते, खेतां दे अंदर, सड़कां दे उत्ते गोलियां नाल मार के खत्म कीती, जिन्हां दे कोल सरूप सी पंथ दा दर्द सी। जिहड़े पिछे रह गए ने उन्हां नूं नशियां दे विच गलतान कर दिता। ते फिर वो नशे एक भंग या अफीम ते शराब का नशा नहीं, चिट्टे का नशा जिहड़ा केवल ते केवल मौत है, महंगा नशा, 2-2 निशाने एक तीर दे नाल हो रहे ने कि एक तां नौजवान अपने घरों जमीन बेचेगा, जायदाद बेचेगा, सब कुछ बेच के नशा करेगा ते मौत खरीद लवेगा। अज देख रहे हैं नौजवान बच्चियां दियां लाशां नूं बुजुर्ग माता पिता अपने मोढियां दे उत्ते ढो रहे हैं। नशे के कारण गिनती घट रही है, नौजवान मर रहा। गुरु प्यार वालिओ, जुलाई 1994 ਦੇ ਵਿੱਚ ट्रिब्यून अखबार के अंदर एक खबर छपी सी जे कदे उस वेले कौम सुचेत हो जाती, इस चुनौती को स्वीकार कर लैंदी। उस वेले बंबे के अंदर नारकोटिक ड्रग कन्वेंशन हुई सी, जिहदे विच यह चिंता प्रगट की गई सी कि विदेशों तो भारत के पंजाब जिहड़ा सूरमियां दी धरती है, उहदे विच शरेआम नशा समगल होके आ रहा है। नशीली वस्तुओं के राही
पंजाब की मार्शल कौम की सत्या भंग करने की कोशिश की जा रही। ये 1994 के अंदर ट्रिब्यून अखबार के अंदर बंबे की धरती के उत्ते ड्रग्स नारकोटिक्स के खिलाफ होने वाली कन्वेंशन के अंदर जे कदे वो सिख नहीं सन जिन्होंने चिंता प्रगट की कि एक मार्शल कौम की, एक जुझारू कौम का जुझारूपन खत्म करने का यत्न किया जा रहा है, इसकी जवानी उखाउण के वास्ते साजिशां ने। लेकिन साडी कौम सुचेत नहीं हुई, साडे आगू सुचेत नहीं हुए, जिहदे कारण अज साडी नौजवान पीढ़ी जो है वो नशियां दे विच रुड़ रही है, नशियां दे विच बर्बाद हो रही है। ते फिर गुरु प्यार वालियो, किसी ने तो अज के पंजाब नूं देख के ये गल कह दी, तेरी नगरी दे बांके जवान डिठे नित छकदे खूब कुबेर बाबा, फैसा ड्रिल ते पता नहीं होर की नशे लाए ने ढेरां दे ढेर बाबा, भड़ुए रब तो लैंदे ने साह चोरी, कहंदे अपने आप नूं शेर बाबा, जिथे नशे अज्ञानता दी रात होवे उत्थे चढ़ेगी किदां सवेर बाबा। मेरे सतगुरु पातशाह, नशे अज्ञानता दी रात पई हुई है, हर पासे नौजवान सड़कों के उत्ते मर रहे हैं। गुरु प्यार वालियो, इस पासे सोचना पवेगा, बहुत वड्डी चुनौती है। फिर अगली गल, नशे दे नाल मर गए, भ्रूण हत्या दे नाल मार दिते, ते अगली गल है पतत पुना। बड़ी सोची समझी साजिश के तहत साडे सिख बच्चों के केस कतल करवा के, चाहे उहदे विच मीडिया का रोल है, चाहे उहदे विच जानबूझ के साजिशां ने, या अज दा लचरपुना है, सिख नौजवान जो है पतत हो रहा है। ये कदी ना सोचिए कि सिख का बच्चा पतत हो गया सिख रवेगा, सिख का बच्चा पतत हो गया, अगली पीढ़ी ओदी सिखी तो दूर होके वो दूजे धर्म का हिस्सा बन जाएगी। वो जायदाद, वो किसान जिसकी 50 कनाल 100 कनाल 200 कनाल या किले 40 50 60 जमीन सी, वो सिखी दी विरासत सी, वो सिखी दी मालकी सी। आने वाले कल विच तीजी पीढ़ी विच कोई शर्मा ते वर्मा हो जाएगा, वो सिखी दी जायदाद नहीं रहेगी। ते सिखी जो है वो पतत होने के नाल नाल कुदरती तौर के उत्ते वो जो है ओदी जो सिखी दी गिनती है वो भी घटेगी। कुल मिला के नशा, पततपुना, सब कुछ जो है सिखी की गिनती नूं गुरु प्यार वाले घटा रहा है। यह भी साडे सामने एक बहुत वड्डी चुनौती है, जिसका सानू हल लभना है। मैं कोशिश करांगा जो अगली बार विशा करांगा, इन्हां दे हल जो ने उन्हां वल असीं जरूर कुछ नुकते जिन्हां राहीं असीं इन्हां दा हल कढ सकदे हां, उन्हां दे उत्ते जरूर जो है रोशनी पाउण दा यत्न करिए। फिर गुरु प्यार वाले सिख बच्चियां नूं, सिख नौजवानों प्रति निराशता पैदा हो रही है। या तो सिख नौजवान का अपना किरदार नहीं, या वो नशेड़ी हो गया। मैं आप खड़ा एक गुरु घर के सामने, दो नौजवान बड़ी सोहने उन्होंने ड्रैसअप किए हुए, गल दे विच सोने दी चेन्स पाइयां हुई, दोवें खड़े केला खा रहे सन। केला छिलके खांदियां नूं गुरु घर के बिल्कुल सामने खड़े ने, गेट के सामने केला खांदियां नूं उत्थों एक जो सी गैर धर्म की बच्ची गड्डी लैके लगी है, वो कार चला रही सी। उन्होंने दोवां नौजवानों ने अद्धा अद्धा खाधा होया केला वो छिलके जो सन गड्डी के उत्ते सुट दिते। जो उस गड्डी के उत्ते सुटे, मैं उन्होंने कोल चला गया। मैं क्या वीर जी एक की कीता जी? कहने लगे जी आ गई मौज, आ गई मस्ती। मैं क्या बड़ी कमाल की गल कीती है, लेकिन एक गल चेते रखियो, तुहाडे वास्ते वो अपने कोल की लैके गई है, सोच की ओदी बनी है कि सिख चंगा ड्रैस ते पा सकदा है, सोने की चेन तो पा सकदा है, लेकिन हाले मैंटली तौर के उत्ते इतना डिवेलप नहीं होया कि उसमें एक गड्डी ਅਤੇ एक डस्टबिन के फर्क का पता चलता। मेरे कहने तो भाव किते सिख नौजवान का इहो जिहा किरदार किते नशापुना कुदरती तौर के उत्ते सिख बच्चियों को इरिटेट कर रहा, ते दूजे पासे साडा दुश्मन सिख बच्चियों को वरगला के दूजे धर्मां दे अपने नौजवानों को लालचां दे के सिख बच्चियों का जो है धर्म परिवर्तन करवा रहे हाँ। असीं तां सिख नौजवानों को सिक्खी वाले पासे मोड़ नहीं सके, उल्टा सिख नौजवान जो है बेमुख हो रहा है। ते किसी ने बड़े सुंदर तरीके दे नाल एक सुनेहा दिता सी। वो सुनेहा की सी कि अज दे नौजवान नूं एक बार हलूना देण दी लोड़ है। गुरु प्यार वालिओ, मेरे सतगुरां ने आवाज मारी सी ते 5 मंगे सन, 5 नौजवान वख-वख दिशावां चों खड़े हुए सन। उन्हां 5 ने भारत वर्ष की किस्मत नूं बदल के रख दिता। गल वखरी जे अज साडे कोल आओ जे प्रचारक जे मेरे इस धरती के उत्तों होके गया जे अपने आप को मिशनरी कहण वाला, कहंदा गुरु गोबिंद सिंह जी ने, मैं फिर उस गल ते आ जावां, सिद्धांत दे उत्ते हमला है। कहंदा गुरु गोबिंद सिंह जी ने बेअंतबंदी दे नाल 5 नौजवान जो संत संगत विच बिठाए सन ते उन्हां नूं दस्सिया सी जदों मैं सिर मंगांगा पहले दयाराम तू खड़ा हो जावीं, दूजा इस तो पा। उसे वेले किसी नौजवान ने पूछा कि प्रचारक जी इहदा मतलब है गुरु गोबिंद सिंह साडे नाल धोखा करके गए? गुरु गोबिंद सिंह जी ने पहला बेअंतबंदी की हुई सी, इहो जिहा प्रचार किया जा रहा। लेकिन जदों असीं नौजवानों नूं दस्सांगे, नौजवाना तेरा तां किरदार ऐ सी,
अज भी तेरे भरा दे नां दे उत्ते चुपचाप बचिया हरिया रगले, अज भी काबल कंधार के अंदर मातावां बच्चियां नूं डराउंदियां ने, चुप कर नहीं ते हरि सिंह नलवा आ जाएगा। कल जो भाई हरजिंदर सिंह जिंदा गिरफ्तार हुए, कमाल सी, भारत वर्ष दी अखबारां विच सी कि दिल्ली दे वास्ते दूजा हरि सिंह नलवा, हरजिंदर सिंह जिंदा गिरफ्तार हो गया। गुरु प्यार वालियो, असीं किरदार नहीं दस सके अपने नौजवानों नूं। एक बार उन्होंने टुंब के तां कहंदे किहड़ी गल्लों रुसिया है, नलूए दे जानशीना सिੱਖੀ ਦੇ सिद्धांतां ਵੱਲੋਂ मुख कांतों मोड़ फेरिया, सस्ती मिली नहीं सिर दे के लई सिੱਖੀ, तेरे वाजो पंथ अज पखंडियां ने घेरिया, गुरां दे पंजाब विच गुरां दे स्वरूप सारे, खूनी पंजे अड लेने फेर नरक धारियां, एनी लंबी नींदर ना सिखां ताईं, एनी लंबी नींदर ना शेरां ताईं चंगी हुंदी, जाग जाग खालसा त्याग ये खुमारियां। एक बार अपने नौजवानों को सुचेत करिए कि नौजवान ये तेरे वास्ते चुनौती है, तेरी होंद मिटन दे उत्ते आई है, अज तेरे गुरु पंथ का सवाल है, अज तेरे गुरु का सवाल है। तो गुरु प्यार वाले नौजवान मुड़ेगा इस पासे। तो मैं बेनती कर दिया, अज नौजवान दूर क्यों है? मीडिया का असर है, नकली हीरोआं नाल जुड़िया होया है, इस गल तो बेखबर है कि इस दे नायकां दा लोहा संसार दीयां वड्डियां वड्डियां ताकतां ने मन्निया, नित दीयां गुरु घर दीयां लड़ाइयां ते कलेश नूं देख के नौजवान अज दूर है। घरां दे माहौल सिੱਖੀ वाला नहीं ते उसनूं देख के नौजवान के उत्ते कोई असर नहीं। जे किते माता पिता गुरबानी नाल नहीं जुड़े, माता पिता के अंदर सिੱਖੀ सिदक नहीं, तो कुदरती तौर के उत्ते नौजवान को किवें समझाउणगे, उन्होंने किवें कहणगे कि तैनूं गुरुद्वारे साहब जाना है, तैनूं बाणी पढ़नी है। बेरोजगारी ते आर्थिक तंगी है, वो एक वड्डा कारण है, क्योंकि संसारी रुझेवियां विच उलझिया होया नौजवान सोचदा है मेरे कोल समां ही नहीं, मैं किहड़े वेले गुरबानी पढ़ा, मैं किहड़े वेले गुरु घर वाले पासे जावां। ते पंथक तौर के उत्ते असीं इन्हां दे वास्ते कुछ सोच नहीं सके। पुरानी लीडरशिप नवे नौजवानों नूं थां नहीं दिंदी। कदे सोच लईए कि जे किते किते कोई दरख्त कोई पेड़ पौधा जिद करके बह जावे कि मैं नवे पत्ते आउण ही नहीं देने, पंजाब पुराने कवे मैं चढ़ना ही नहीं, कदी हो सकदा है। लेकिन पुरानी लीडरशिप चिता तक चढ़न तक किसी नौजवान को मौका नहीं देवेगी, जिदे कारण ते फिर उन्हां पुरानियां दी आपसी लड़ाई, आपसी रंजिश, जड़ा एक दिन एक वास्ते पंथ रतन होंदा है, दूजे दिन पंथ दा गरार होंदा है, जिदे एक दिन कोई सोहले गाई जा रहा होंदा है, दूजे दिन उसे दे विरुद्ध खड़ा हो जाता है, पार्टियां बना लैंदा है। ते फिर ये नौजवान देख रहे भाई कल जिन्होंने पंथ रतन कह रहे सन, अज पंथ गदार कह रहा है, कल वो इसनूं कह रहा सी मेरी संजीवा है, पंथ दर्दी है, अज वो उसनूं कह रहा मेरी पिट्ठी छुरा मार गया। ये तो एक दूजे के पिट्ठी छुरा ही मारन वाले, ये तो एक दूजे के नाल धो करने वाले ने, ये तो पंथ नाल गदारी करने वाले ने। ते जिस कौम के आगू ते लीडर हो जाने, उस कौम तो असीं लैना की? नौजवान बेमुख हो रहे हैं। ते गुरु प्यार वाले पंथ विरोधी शक्तियां उस उत्ते अपना प्रभाव पा के आउंदियां हन ते नौजवानों को प्रेरित कर रही हैं। अज असीं देख रहे हैं कि कोई समा सी कि सिखां दे सामने वड्डे वड्डे धर्मां दे लोकी सिर झुकाउंदे सन। मैं अगले विषय दे विच इस चीज़ नूं लवांगा कि सिख दा किरदार किन्ना उच्चा सी, किवें पोप वड्डे क्रिश्चियनां दे जिन्हां दी 7 अरब आबादी है, कुर्सियां छोड़ के खड़े हो जाते सन सिख नूं देख के। अज बदकिस्मती है, साडे गुरु की नगरी के अंदर दस्तारबंदी सिख नूं क्रिश्चियन, पोप जो है वो क्रिश्चियन बना रहा है, सिख ढह रहा है। कारण लभना पवेगा। ते कारण यह है कि आर्थिक पक्षों मजबूरी होगी, किते होर कोई मजबूरी होगी। इस तरह गुरु प्यार वाले सरकारी तशद्दद जो है उसने भी सिख स्वरूप को बिठाया, सिख नौजवान पतत हो गया। ते फिर जड़ा सिखी स्वरूप सी उसने देखा, जिसने मेरा तशद्दद किया, जिसने मैनू जेलों च डकिया, जिसने मैनू टार्चर किया, जिसने मेरा भरा मारिया, जिसने मेरा गुआंढी मारिया, उसनूं तां मेरी लीडरशिप ने, उसनूं तां मेरे पंथ प्रस्तां ने, उसनूं तां मेरे पंथ के जो हीरे सन अखाउण वाले अपने आप को, जिन्होंने पंथ रतन दिता गया, उन्होंने तां उसनूं कमाल कर दी, उसनूं तां उन्होंने खूब तरक्कियां दित्तियां, उन्होंने वड्डियां वड्डियां कुर्सियां दित्तियां, उन्होंने तां गल नाल ला के फिरदे ने। ते नौजवान जो सी वो कुदरती तौर के उत्ते सिक्खी वाले पासियों बेरुख हो गया। बोलदे जरूर बात घट लगे निकले होंगे, समझ नहीं आ रही कि मैं विषय को कितना ही टच कर सकिया, क्योंकि बेड़ी मई धार दे विच दिसदी है। तूफान जो है वो छल तूफाना के और आ रहे हैं, लेकिन मंझ धार की बेड़ी का फिक्र नहीं सी। फिक्र इस गल है कि मला ही बिके हुए ने, मला ही सुते पे ने, जे मां पुत्ता विसदे तिस कौन प्यारा, जे घर भरना बाहरू कौन रखन हारा, बेड़ी डोबे पातनी कौन पार उतारा, आगू लै उजड़ पवे किस करे पुकार। भाई गुरदास सिंह कहते मां पुत्र नूं उजाड़ देवे, कहते ने जे किते घर दा रखवाला ही घर दी चोरी करे, जे किते कश्ती नूं मलाह जो है कश्ती चलाउण वाला ही डोबण के उत्ते आ जावे, जे किते आगू ही लैके उजड़ वाले पासे चले तां बचांगे किवें।
मैं अंत दे विच एक गल कहांगा, सिੱਖੀ ਨੂੰ ਜੀਵਤ ਰੱਖਣਾ है ਸਾਨੂੰ ਸਿਰਜਣਹਾਰਾ ਪਹਿਲਾਂ है, चरखे ते तकले फेर सही खंडा तो धारा ਪਹਿਲਾਂ है, ਸਾਨੂੰ ਹੋਰ ਗੱਲਾਂ ਸਭ ਪਿੱਛੋਂ ਨੇ ਤੇ ਪੰਥ ਪਿਆਰਾ ਪਹਿਲਾਂ। ਕੁਝ ਸਿੱਖ ਬਣੇ ਹੋਏ ਸਿੱਖੀ ਦੀ ਤੇ ਫਿਰਦੇ ਨੇ ਜੜ ਗੱਲ ਨੂੰ, ਗੈਰਾਂ ਦੇ ਸੁਪਨੇ ਲੈ ਲੈ ਕੇ ਜਾਗੇ ਹੋਏ ਭਾਗ ਸਵਾਲਣ ਨੂੰ। ਅਸੀਂ ਉਹਨਾਂ ਭੇਖੀ ਸਿੱਖਾਂ ਤੋਂ ਕਰ ਲਿਆ ਕਿਨਾਰਾ ਪਹਿਲਾਂ ਹੈ, ਸਾਨੂੰ ਹੋਰ ਗੱਲਾਂ ਸਭ ਪਿੱਛੋਂ ਨੇ ਤੇ ਪੰਥ ਪਿਆਰਾ ਪਹਿਲਾਂ ਹੈ। ਜਿਹੜਾ ਸਾਨੂੰ ਲਵ ਕੁਸ਼ ਦੀ ਔਲਾਦ ਦੱਸੇ, ਜਿਹੜਾ ਸਿੱਖੀ ਸਿਧਾਂਤਾਂ ਦੇ ਉੱਤੇ ਹਮਲੇ ਕਰੇ, ਜਿਹੜਾ ਸਾਡੇ ਪਰੰਪਰਾਵਾਂ ਦੇ ਉੱਤੇ ਹਮਲਾ ਕਰੇ, ਉਹਨਾਂ ਭੇਖੀ ਸਿੱਖਾਂ ਤੋਂ ਸਾਨੂੰ ਇੱਕਦਮ ਲਕੀਰ ਖਿੱਚਣੀ ਪਵੇਗੀ। ਗੁਰੂ ਪਿਆਰ ਵਾਲੇ ਅਣੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈ ਵੱਧ ਘੱਟ ਲਿਖੇ ਮੰਗ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ